ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਜਿਨੇ ਆਨਲਾਈਨ ਅੱਜ ਦੀ ਮੀਟਿੰਗ ਨੂੰ ਅਟੈਂਡ ਕਰ ਰਹੇ ਨੇ, ਪਰਮੇਸ਼ਵਰ ਉਹਨਾਂ ਜ਼ਿੰਦਗੀਆਂ ਨੂੰ ਆਸ਼ੀਸ਼ਿਤ ਕਰੇ, ਫਲਵੰਤ ਕਰੇ। ਮੇਰਾ ਵਿਸ਼ਵਾਸ ਹੈ ਕਿ ਅੱਜ ਰੂਹ ਪਾਕ ਤੁਹਾਡੀ ਜ਼ਿੰਦਗੀਆਂ ਦੇ ਉੱਪਰ ਜ਼ੁੰਬਿਸ਼ ਕਰੇਗਾ ਔਰ ਤੁਹਾਨੂੰ ਆਨੰਦਿਤ ਕਰੇਗਾ ਔਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਕਮੀਆਂ ਨੂੰ ਦੂਰ ਕਰੇਗਾ, ਮਾਂਦਗੀਆਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ, ਵਚਨ ਦੇ ਦੁਆਰਾ ਤੁਹਾਨੂੰ ਛੂ ਕੇ ਚੰਗਾ ਕਰੇਗਾ। ਬੋਲੋ ਆਮੀਨ। ਹਾਲੇਲੂਇਆ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ। ਵਿਸ਼ਵਾਸ ਕਰਦੇ ਹਾਂ ਆਰਾਧਨਾ ਦੇ ਵਿੱਚ ਤੁਸੀਂ ਆਸ਼ੀਸ਼ ਨੂੰ ਪਾਇਆ ਆ ਔਰ ਸਮਾਂ ਜੋ ਬੜਾ ਹੀ ਆਦਰਯੋਗ ਆ ਖੁਦਾਵੰਦ ਦੇ ਵਚਨ ਨੂੰ ਸੁਣਨ ਦਾ, ਇਹਦੇ ਵਿੱਚ ਵੀ ਤੁਸੀਂ ਤੇ ਮੈਂ ਆਸ਼ੀਸ਼ ਨੂੰ ਪ੍ਰਾਪਤ ਕਰਨਾ ਹੈ, ਬਰਕਤ ਨੂੰ ਪ੍ਰਾਪਤ ਕਰਨਾ। ਇਸ ਸਮੇਂ ਨੂੰ ਵੀ ਖਾਲੀ ਨਹੀਂ ਜਾਣ ਦੇਣਾ ਕਿਉਂਕਿ ਇਹ ਬੜਾ ਆਦਰਯੋਗ ਸਮੇਂ ਆ। ਵਚਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਣਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਹਾਲੇਲੂਇਆ। ਔਰ ਵਚਨ ਦੇ ਉੱਪਰ ਬੜਾ ਧਿਆਨ ਦੇਣ ਦੀ ਜ਼ਰੂਰਤ ਹੈ। ਸ਼ੈਤਾਨ ਇਹਦੇ ਵਿੱਚ ਹੀ ਧਿਆਨ ਖਰਾਬ ਕਰਦਾ। ਉਹਨੂੰ ਪਤਾ ਆ ਕਿ ਜਿਸ ਇਨਸਾਨ ਨੇ ਜਦੋਂ ਵਚਨ ਨੂੰ ਗੌਰ ਦੇ ਨਾਲ ਸੁਣ ਲਿਆ, ਧਿਆਨ ਦੇ ਨਾਲ ਸੁਣ ਲਿਆ, ਤੇ ਉਹ ਜ਼ਿੰਦਗੀ ਬਚ ਜਾਣੀ ਆ। ਉਹਦੀ ਜ਼ਿੰਦਗੀ 'ਚੋਂ ਪਾਪ ਖਤਮ ਹੋ ਜਾਣਾ, ਉਹਦੀ ਜ਼ਿੰਦਗੀ 'ਚੋਂ ਬਿਮਾਰੀ ਖਤਮ ਹੋ ਜਾਣੀ, ਉਹਦੀ ਜ਼ਿੰਦਗੀ 'ਚੋਂ ਲਾਚਾਰੀ ਖਤਮ ਹੋ ਜਾਣੀ ਆ, ਅਤੇ ਉਹ ਜ਼ਿੰਦਗੀ ਪਰਫੈਕਸ਼ਨ ਦੇ ਵਿੱਚ ਆ ਜਾਣੀ ਆ ਔਰ ਪਰਮੇਸ਼ਵਰ ਦੀਆਂ ਬਰਕਤਾਂ ਧੱਕੇ ਦੇ ਨਾਲ ਉਹਦੀ ਜ਼ਿੰਦਗੀ 'ਚ ਰਿਲੀਜ਼ ਹੋਣੀਆਂ ਆ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਇਸੇ ਲਈ ਵਚਨ ਦੇ ਟਾਈਮ ਦੇ ਉੱਤੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵਿਘਨ ਪੈਂਦਾ। ਇਸੇ ਲਈ ਬਾਈਬਲ ਪੜ੍ਹਨ ਦੇ ਟਾਈਮ ਦੇ ਉੱਪਰ ਨੀਂਦ ਆਉਂਦੀ ਆ, ਸੁਸਤੀ ਪੈਂਦੀ ਆ, ਧਿਆਨ ਖਰਾਬ ਹੁੰਦਾ ਆ। ਇਹੀ ਕਾਰਨ ਆ ਕਿ ਸ਼ੈਤਾਨ ਉਦੋਂ ਫਿਰ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ, ਤੁਹਾਡੇ ਧਿਆਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਵਚਨ ਦੇ ਵੱਲ ਜ਼ਰਾ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕਰੋ ਕਿਉਂਕਿ ਵਚਨ ਹੀ ਆ ਜਿਹਨੇ ਤੁਹਾਨੂੰ ਖੜਿਆਂ ਰੱਖਣਾ ਆ, ਜਿਹਨੇ ਤੁਹਾਨੂੰ ਯਿਸੂ ਮਸੀਹ ਦੇ ਆਉਣ ਤੱਕ ਸੰਭਾਲ ਕੇ ਰੱਖਣਾ, ਜਿਹਨੇ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤੀ ਦੇ ਵਿੱਚ ਬਣਾ ਕੇ ਰੱਖਣਾ ਆ। ਬੋਲੋ ਹਾਲੇਲੂਇਆ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ। ਵਚਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਵਿੱਤਰ ਆਤਮਾ ਜੀ ਦੇ ਹੱਥਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਦਈਏ, ਆਪਣੀਆਂ ਸੋਚਾਂ ਨੂੰ ਦਈਏ, ਤਾਂ ਜੋ ਪਵਿੱਤਰ ਆਤਮਾ ਪ੍ਰੋਪਰ ਰੀਤੀ ਦੇ ਨਾਲ, ਅੱਛੀ ਰੀਤੀ ਦੇ ਨਾਲ ਵਚਨ ਨੂੰ ਸੁਣਨ ਦੇ ਵਿੱਚ, ਸਮਝਣ ਦੇ ਵਿੱਚ ਅਤੇ ਉਹਦੇ ਅਨੁਸਾਰ ਚੱਲਣ ਦੇ ਵਿੱਚ ਤੁਹਾਡੀ ਤੇ ਸਾਡੀ ਸਾਰਿਆਂ ਦੀ ਮਦਦ ਕਰੇ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀਆਂ ਜ਼ਿੰਦਗੀਆਂ 'ਚ ਬਖਸ਼ ਦਿੱਤਾ ਹੈ। ਮੇਰੇ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਬਾਪ ਆਨਲਾਈਨ ਮੀਟਿੰਗ ਦੇ ਲਈ, ਜਿਹਨੂੰ ਤੁਸੀਂ ਬਾਹਿਫਾਜ਼ਤ ਅੱਛੀ ਰੀਤੀ ਦੇ ਨਾਲ ਹੁਣ ਤੱਕ ਚਲਾਇਆ। ਮੇਰੇ ਪ੍ਰਭੂ, ਅੱਗੇ ਵੀ ਚਲਾਉਣਾ ਖੁਦਾਵੰਦ। ਔਰ ਧੰਨਵਾਦ ਕਰਦੇ ਹਾਂ ਪ੍ਰਭੂ, ਹੁਣ ਸਮਾਂ ਜਦ ਬੜੇ ਹੀ ਆਦਰਯੋਗ ਆ ਚੁੱਕਾ ਆ। ਮੇਰੇ ਪ੍ਰਭੂ, ਤੁਹਾਡੇ ਵਚਨ ਨੂੰ ਸੁਣਨ ਦਾ, ਸਮਝਣ ਦਾ ਮੇਰੀ ਪ੍ਰਾਰਥਨਾ ਹੈ ਕਿ ਤੁਹਾਡਾ ਪਵਿੱਤਰ ਆਤਮਾ ਜੋ ਸਾਡਾ ਮਦਦਗਾਰ ਹੈ ਉਹ ਮੇਰੀ ਮਦਦ ਕਰੇ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ, ਸਾਡੇ ਸਾਰਿਆਂ ਦੀ ਅਮਲ ਕਰਨ ਦੇ ਵਿੱਚ, ਉਹਦੇ ਅਨੁਸਾਰ ਚੱਲਣ ਦੇ ਵਿੱਚ ਮਦਦ ਕਰੇ ਮੇਰੇ ਪ੍ਰਭੂ ਜੀ, ਤਾਂ ਜੋ ਇਸ ਵਚਨ ਦੇ ਅਨੁਸਾਰ ਅਸੀਂ ਆਪਣੀ ਜ਼ਿੰਦਗੀ ਨੂੰ ਢਾਲ ਸਕੀਏ ਮੇਰੇ ਪ੍ਰਭੂ ਔਰ ਤੁਹਾਡੇ ਅੱਛੇ ਪੁੱਤਰ ਧੀਆਂ ਬਣ ਸਕੀਏ ਮੇਰੇ ਪ੍ਰਭੂ, ਜੋ ਸਾਡੀ ਜ਼ਿੰਦਗੀ ਦੇ ਵੱਲ ਦੇਖੇ, ਆਸ਼ੀਸ਼ਿਤ ਹੋਵੇ ਪ੍ਰਭੂ, ਠੋਕਰ ਨਾ ਖਾਵੇ ਮੇਰੇ ਖੁਦਾ ਬਾਪ। ਇਸ ਰੀਤੀ ਦਾ ਜੀਵਨ ਖੁਦਾਵੰਦ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ ਮੇਰੇ ਪ੍ਰਭੂ। ਪ੍ਰਾਰਥਨਾ ਨੂੰ ਸੁਣ ਲਿਆ, ਤੁਹਾਡਾ ਧੰਨਵਾਦ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ, ਜੋ ਆਪਣੇ ਬੜੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਅੱਜ ਦੇ ਵਚਨ ਨੂੰ ਸੁਣਨ ਦੇ ਲਈ ਤੁਸੀਂ ਤਿਆਰ ਹੋ। ਮੇਰਾ ਪਰਮੇਸ਼ਵਰ ਯਾਨੀ ਖੁਦਾਵੰਦ ਯਿਸੂ ਮਸੀਹ ਤੁਹਾਨੂੰ ਤੁਹਾਡੇ ਘਰਾਂ ਪਰਿਵਾਰਾਂ ਦੇ ਵਿੱਚ ਹੀ ਬਰਕਤ ਦੇਵੇ, ਆਸ਼ੀਸ਼ ਦੇਵੇ ਔਰ ਤੁਹਾਡੀ ਹਰ ਇੱਕ ਮਨੋਕਾਮਨਾ, ਹਰ ਇੱਕ ਦਿਲ ਦੀ ਰੀਝ ਨੂੰ ਪੂਰਾ ਕਰੇ। ਬੋਲੋ ਹਾਲੇਲੂਇਆ। ਖੁਦਾਵੰਦ ਦੇ ਵਚਨ ਦੇ ਵਿੱਚ ਚੱਲਦੇ ਹਾਂ। ਸਮਾਂ ਆ ਚੁੱਕਿਆ ਆ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਕਿ ਬੀਜ ਬੀਜਣ ਵਾਲਾ ਬੀਜਣ ਦੇ ਲਈ ਨਿਕਲਿਆ। ਇਸ ਵਚਨ ਨੂੰ ਤੁਸੀਂ ਬੜੀ ਵਾਰ ਪੜ੍ਹਿਆ ਆ, ਸੁਣਿਆ ਆ, ਸਮਝਿਆ ਆ ਔਰ ਅੱਜ ਦੇਖਦੇ ਹਾਂ ਪਵਿੱਤਰ ਆਤਮਾ ਇਹਦਾ ਅਲੱਗ ਤਰਜਮੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਦੇ ਵਚਨ ਨੂੰ ਭੇਜ ਰਿਹਾ ਆ ਔਰ ਸੁਣਨ ਦੀ, ਸਮਝਣ ਦੀ ਔਰ ਉਹਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨਾ। ਔਰ ਬੀਜ ਜਿਹੜਾ ਆ ਵਚਨ ਨੂੰ ਕਿਹਾ ਗਿਆ ਆ ਕਿ ਜਦੋਂ ਹੀ ਵਚਨ ਨੂੰ ਅਸੀਂ ਸੁਣਦੇ ਹਾਂ, ਇੱਕ ਬੀਜ ਦੀ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਆ ਔਰ ਇਹ ਸਾਡੇ ਦਿਲ ਦੀ ਜ਼ਮੀਨ ਦੇ ਉੱਪਰ ਡਿੱਗਦਾ ਆ। ਹਾਲੇਲੂਇਆ। ਦਿਲ ਦੀ ਜ਼ਮੀਨ ਦੇ ਉੱਪਰ ਡਿੱਗਦਾ ਆ। ਫਿਰ ਬੀਜ ਜਦੋਂ ਡਿੱਗਦਾ ਆ ਅੱਛੀ ਰੀਤੀ ਦੇ ਨਾਲ, ਅੱਛੀ ਜ਼ਮੀਨ ਦੇ ਵਿੱਚ, ਤੇ ਉਹੀ ਫਲਵੰਤ ਹੁੰਦਾ ਆ, ਉਹੀ ਸਕਸੈਸਫੁਲ ਹੁੰਦਾ ਆ, ਉਹੀ ਫਿਰ ਵੱਧਦਾ, ਫੁੱਲਦਾ ਤੇ ਫਲ ਲੈ ਕੇ ਆਉਂਦਾ ਆ। ਹਾਲੇਲੂਇਆ। ਔਰ ਖੁਦਾਵੰਦ ਦਾ ਵਚਨ ਪਾਸਟਰ ਦੇ ਦੁਆਰਾ ਜਾਂ ਪਵਿੱਤਰ ਆਤਮਾ ਦੇ ਦੁਆਰਾ ਜਦੋਂ ਤੁਸੀਂ ਵਚਨ ਨੂੰ ਪੜ੍ਹਦੇ ਆ ਜਾਂ ਸੁਣਦੇ ਆ, ਇੱਕ ਵਚਨ ਦਾ ਬੀਜ ਹੀ ਆ ਜਿਹੜਾ ਤੁਹਾਡੇ ਦਿਲ ਦੀ ਜ਼ਮੀਨ ਦੇ ਉੱਪਰ ਡਿੱਗਦਾ ਆ। ਹਾਲੇਲੂਇਆ। ਹਿਜ਼ਕੀਏਲ ਦੇ ਵਿੱਚ ਲਿਖਿਆ, ਖੁਦਾ ਤੁਹਾਨੂੰ ਨਵਾਂ ਦਿਲ ਦਿੰਦਾ ਆ,
ਕਰਪਟ ਜਿਹੜੀ ਜ਼ਮੀਨ ਹੁੰਦੀ ਆ, ਜਿਹੜੀ ਸਖਤ ਜ਼ਮੀਨ ਹੁੰਦੀ ਆ, ਉਹਦੇ ਵਿੱਚ ਬੀਜ ਡਿੱਗਦਾ ਨਹੀਂ ਆ। ਜੇ ਡਿੱਗਦਾ ਵੀ ਆ ਤੇ ਉਹ ਜ਼ਮੀਨ ਦੇ ਅੰਦਰ ਤੱਕ ਨਹੀਂ ਜਾਂਦਾ, ਉੱਪਰ ਹੀ ਰਹਿੰਦਾ ਆ। ਉਹ ਫਿਰ ਪੰਛੀ ਚੁੱਕ ਕੇ ਲੈ ਜਾਂਦੇ ਆ, ਉਹ ਫਿਰ ਬੀਜ ਬੇਕਾਰ ਹੋ ਜਾਂਦਾ, ਕਿਸੇ ਕੰਮ ਦਾ ਨਹੀਂ ਰਹਿੰਦਾ ਆ। ਹਾਲੇਲੂਇਆ। ਅਗਰ ਅੱਜ ਦਾ ਵਚਨ ਤੁਸੀਂ ਬੜੇ ਧਿਆਨ ਦੇ ਨਾਲ ਸੁਣ ਰਹੇ ਆ ਤੇ ਇਹ ਵਚਨ ਦਾ ਬੀਜ ਜਿਹੜਾ ਤੁਹਾਡੇ ਦਿਲ ਦੀ ਚੰਗੀ ਜ਼ਮੀਨ ਤੇ ਡਿੱਗ ਰਿਹਾ ਹੈ, ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਵਚਨ ਦੇ ਬੀਜ ਨੂੰ ਕਿਸ ਰੀਤੀ ਦੇ ਨਾਲ ਅਸੈਪਟ ਕਰਦੇ ਪਏ ਆ, ਆਪਣੇ ਦਿਲ ਦੀ ਕਿਹੜੀ ਜ਼ਮੀਨ ਦੇ ਉੱਪਰ ਇਹਨੂੰ ਡਿੱਗਣ ਦਿੰਦੇ ਆ। ਹਾਲੇਲੂਇਆ। ਤੁਹਾਡੇ ਦਿਲ ਦੀ ਜ਼ਮੀਨ ਕਿਸ ਰੀਤੀ ਦੀ ਆ, ਪਥਰੀਲੀ ਆ, ਕੰਡਿਆਲੀ ਆ, ਰਾਸਤੇ ਦੇ ਉੱਪਰ ਆ, ਕਿਸ ਰੀਤੀ ਦੀ ਆ, ਸਖਤ ਜ਼ਮੀਨ ਆ, ਔਰ ਇਹ ਵਚਨ ਦਾ ਬੀਜ ਤੁਸੀਂ ਕਿੱਥੇ ਡਿੱਗਣ ਦਿੰਦੇ ਆ, ਇਹ ਡਿਪੈਂਡ ਤੁਹਾਡੇ ਉੱਪਰ ਕਰਦਾ ਆ। ਬਾਈਬਲ ਤਾਂ ਇਹੀ ਕਹਿੰਦਾ ਕਿ ਇਹ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ, ਫਿਰ ਇਹ ਫਲਵੰਤ ਹੋਣਾ ਆ। ਫਿਰ ਇਹ ਵਚਨ ਜੋ ਇਹਦੇ ਵਿੱਚ ਲਿਖਿਆ ਹੋਇਆ ਨਾ, ਇਹਦੇ ਅਨੁਸਾਰ ਫਿਰ ਤੁਹਾਡਾ ਜੀਵਨ ਜਿਹੜਾ ਆ ਮੈਚ ਅਗਰ ਕੋਈ ਕਰੇਗਾ ਤੇ ਉਹਨੂੰ ਪਤਾ ਲੱਗੇਗਾ ਕਿ ਬਾਈਬਲ ਦੇ ਵਿੱਚ ਆਹ ਗੱਲਾਂ ਲਿਖੀਆਂ ਔਰ ਇਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹਨੂੰ ਅਸੀਂ ਦੇਖਦੇ ਪਏ ਹਾਂ। ਹਾਲੇਲੂਇਆ। ਬਾਈਬਲ ਦੇ ਅਨੁਸਾਰ ਬੀਜ ਜਿਹੜਾ ਚੰਗੀ ਜ਼ਮੀਨ ਤੇ ਡਿੱਗਣਾ ਚਾਹੀਦਾ ਆ, ਸਾਡੇ ਦਿਲ ਦੀ ਚੰਗੀ ਜ਼ਮੀਨ ਤੇ ਡਿੱਗਣਾ ਚਾਹੀਦਾ ਆ। ਤੁਹਾਨੂੰ ਭੁੱਖ ਹੋਣੀ ਚਾਹੀਦੀ ਆ, ਤੁਹਾਨੂੰ ਪਿਆਸ ਹੋਣੀ ਚਾਹੀਦੀ ਆ ਖੁਦਾਵੰਦ ਦੇ ਵਚਨ ਦੀ। ਫਿਰ ਜਿਹੜਾ ਵਚਨ ਹੈ ਚੰਗੀ ਜ਼ਮੀਨ ਤੇ ਡਿੱਗੇਗਾ, ਫਿਰ ਉਹ ਵਧੇਗਾ ਵੀ, ਫੁੱਲੇਗਾ ਵੀ, ਫਲਵੰਤ ਵੀ ਹੋਏਗਾ। ਤੁਸੀਂ ਦੇਖਿਆ ਹੋਵੇਗਾ ਜਦੋਂ ਕਿਸਾਨ ਬੀਜ ਦਾ ਛਿੱਟਾ ਦਿੰਦਾ ਆ, ਫਿਰ ਉਹ ਡਰਾਉਣਾ ਲਗਾ ਦਿੰਦਾ ਆ ਪੰਛੀ ਤਾਂ ਜੋ ਪੰਛੀ ਉਹਨੂੰ ਚੁੱਗ ਕੇ ਨਾ ਲੈ ਜਾਣ, ਇੰਨੀ ਉਹਨੂੰ ਬੀਜ ਦੀ ਰਾਖੀ ਕਰਨੀ ਪੈਂਦੀ ਆ। ਔਰ ਅਸੀਂ ਜਦੋਂ ਵਚਨ ਨੂੰ ਸੁਣਦੇ ਆ ਤੇ ਵਚਨ ਨੂੰ ਸੁਣਨ ਤੋਂ ਬਾਅਦ ਜਾਂ ਪੜ੍ਹਨ ਤੋਂ ਬਾਅਦ ਫਿਰ ਆਪਾਂ ਆਪਣੇ ਆਪ ਨੂੰ ਇਸ ਦੁਨੀਆ ਦੇ ਰੂਪ ਦੇ ਵਿੱਚ ਹੀ ਰਲਾ ਲੈਂਦੇ ਆ। ਫਿਰ ਮਿਕਸ ਜਿਹੜਾ ਅਸੀਂ ਹੋ ਜਾਂਦੇ ਆ ਸਰੀਰਕ ਕੰਮਾਂ ਦੇ ਵਿੱਚ ਜਾਂ ਸੰਸਾਰਿਕ ਕੰਮਾਂ ਦੇ ਵਿੱਚ ਜਾਂ ਯਾਰਾਂ ਦੋਸਤਾਂ ਦੇ ਵਿੱਚ। ਫਿਰ ਇਸੇ ਲਈ ਵਚਨ ਸਾਨੂੰ ਯਾਦ ਨਹੀਂ ਰਹਿੰਦਾ ਆ। ਕਿਸਾਨ ਜਿਹੜਾ ਆ ਡਰਾਉਣਾ ਲਗਾਉਂਦਾ ਆ, ਉਹ ਇੱਕ ਪੁਤਲੇ ਨੂੰ ਖੜਾ ਕਰਦਾ ਆ, ਉਹ ਕੱਪੜਾ ਪਹਿਨਾ ਕੇ, ਤਾਂ ਜੋ ਕੱਪੜਾ ਹਵਾ ਦੇ ਨਾਲ ਉੱਡੇ ਤੇ ਪੰਛੀ ਨੂੰ ਲੱਗੇ ਕਿ ਕੋਈ ਇਨਸਾਨ ਆ ਖੇਤ ਦੇ ਵਿੱਚ, ਔਰ ਪੰਛੀ ਫਿਰ ਉਸ ਖੇਤ ਦੇ ਵਿੱਚ ਬੀਜ ਨੂੰ ਚੁੱਗਦਾ ਨਹੀਂ ਆ। ਚਿੜੀਆਂ ਕਾਮਾਂ ਜਿਹੜੇ ਆ ਬੀਜ ਨੂੰ ਚੁੱਗਦੇ ਨਹੀਂ ਆ, ਫਿਰ ਉਹ ਬੀਜ ਫਿਰ ਜ਼ਮੀਨ ਦੇ ਵਿੱਚ ਰਹਿੰਦਾ ਆ ਤੇ 1-2 ਦਿਨ ਤੱਕ ਜਾਂ 2-4 ਜਿੰਨਾ ਵੀ ਪ੍ਰੋਸੈਸ ਆ ਉਹਦਾ, ਫਿਰ ਉਹ ਫੁੱਟਦਾ ਆ ਬੀਜ, ਫਿਰ ਉਹ ਵਧਣਾ ਸ਼ੁਰੂ ਹੁੰਦਾ ਆ, ਗਰੋਥ ਲੈਂਦਾ ਆ। ਹਾਲੇਲੂਇਆ। ਇਸੇ ਰੀਤੀ ਦੇ ਨਾਲ ਅਸੀਂ ਜਦੋਂ ਵਚਨ ਨੂੰ ਸੁਣਦੇ ਉਹਦੇ ਉੱਪਰ ਕਿੰਨਾ ਕੁ ਮਨਨ ਕਰਦੇ ਆ। ਸੰਡੇ ਨੂੰ ਤੁਸੀਂ ਵਚਨ ਸੁਣਦੇ ਆ, ਵੀਰਵਾਰ ਨੂੰ ਤੁਸੀਂ ਵਚਨ ਸੁਣਦੇ ਆ, ਆਪਣੇ ਘਰ ਵੀ ਤੁਸੀਂ ਵਚਨ ਨੂੰ ਪੜ੍ਹਦੇ ਆ, ਉਹਦੇ ਉੱਪਰ ਕਿੰਨਾ ਕੁ ਧਿਆਨ ਦਿੰਦੇ ਆ, ਅੱਖਾਂ ਬੰਦ ਕਰਕੇ ਕਿੰਨਾ ਕੁ ਗੌਰ ਕਰਦੇ ਆ ਕਿ ਮੈਂ ਅੱਜ ਕੀ ਵਚਨ ਦੇ ਵਿੱਚੋਂ ਸਿੱਖਿਆ ਆ, ਔਰ ਇਹ ਮੈਂ ਆਪਣੇ ਦਿਲ ਦੀ ਜ਼ਮੀਨ ਦੇ ਵਿੱਚ ਇਹਨੂੰ ਕਿੱਦਾਂ ਜਮ੍ਹਾਂ ਕਰਾਂ, ਇਸ ਵਚਨ ਨੂੰ ਮੈਂ ਕਿੱਦਾਂ ਗ੍ਰਹਿਣ ਕਰਾਂ, ਆਪਣੀ ਜ਼ਮੀਨ ਜਿਹੜਾ ਦਿਲ ਦੀ ਜ਼ਮੀਨ ਆ ਉਹਦੀ ਗੋਡੀ ਗੱਡ ਕੇ ਤੇ ਜ਼ਮੀਨ ਦੇ ਵਿੱਚ, ਅੱਛੀ ਜ਼ਮੀਨ ਦੇ ਵਿੱਚ ਇਸ ਬੀਜ ਨੂੰ ਮੈਂ ਦੱਬ ਦਵਾਂ, ਦਫਨ ਕਰ ਦਵਾਂ, ਤਾਂ ਜੋ ਇਹ ਜਦੋਂ ਪੁੰਗਰੇ ਇਹਨੂੰ ਸ਼ੈਤਾਨ ਚੁਰਾਣੇ ਨਾ ਪਾਏ, ਇਹਨੂੰ ਪੰਛੀ ਕੋਈ ਚੁਰਾਣੇ ਨਾ ਪਾਏ, ਹਾਂ ਇਸ ਬੀਜ ਨੂੰ ਚੁਗਣੇ ਨਾ ਪਾਏ। ਇਹ ਬੀਜ ਜਿਹੜਾ ਵਚਨ ਦਾ ਬੀਜ ਅੱਛੇ ਰੀਤੀ ਦੇ ਨਾਲ ਜ਼ਮੀਨ ਦੇ ਵਿੱਚ ਰਵੇ ਔਰ ਇਹ ਆਪਣੇ ਸਮੇਂ ਸਿਰ ਫਿਰ ਵਧੇ ਫੁੱਲੇ ਤੇ ਇੱਕ ਦਿਨ ਫਿਰ ਫਲ ਲੈ ਕੇ ਆਏਗਾ, ਦਰਖਤ ਦਾ ਰੂਪ ਲੈ ਲਏਗਾ। ਮਤਲਬ ਤੁਸੀਂ ਫਿਰ ਇੰਨੇ ਹਾਰਡ ਹੋ ਜਾਓਗੇ ਸਪਿਰਿਚੁਅਲਿਟੀ ਦੇ ਵਿੱਚ, ਸ਼ੈਤਾਨ ਤੁਹਾਨੂੰ ਗੁੰਮਰਾਹ ਨਹੀਂ ਕਰ ਸਕਦਾ, ਸ਼ੈਤਾਨ ਤੁਹਾਨੂੰ ਕਿਸੇ ਚੱਕਰ ਝਮੇਲਿਆਂ ਦੇ ਵਿੱਚ ਨਹੀਂ ਪਾ ਸਕਦਾ। ਮੈਂ ਉਸ ਬੰਦੇ ਦੇ ਨਾਲ ਗੱਲ ਕਰਦਾ ਜਿਹੜਾ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾ ਸਥਾਨ ਦਿੰਦਾ, ਜਿਹੜਾ ਵਚਨ ਦੀ ਅਹਿਮੀਅਤ ਨੂੰ ਸਮਝਦਾ ਆ, ਜਿਹੜਾ ਬਾਈਬਲ ਦੀ ਕਦਰ ਕਰਦਾ, ਬਾਈਬਲ ਦੇ ਸ਼ਬਦਾਂ ਦੀ ਕਦਰ ਕਰਦਾ। ਮੈਂ ਉਸ ਪਰਸਨ ਦੇ ਨਾਲ ਗੱਲ ਕਰਦਾ ਜਿਹੜਾ ਵਚਨ ਨੂੰ ਪੜ੍ਹਦਾ ਆ ਸਿਰਫ ਟਾਈਮ ਪਾਸ ਕਰਨ ਦੇ ਲਈ, ਕਿ ਹਾਂ ਅਗਰ ਕੋਈ ਪੁੱਛੇ ਤਾਂ ਅਸੀਂ ਦੱਸ ਸਕਦੇ ਕਿ ਅਸੀਂ ਬਾਈਬਲ ਪੜ੍ਹਦੇ ਹਾਂ। ਪਰ ਉਸ ਬੰਦੇ ਨੂੰ ਇਹੀ ਨਹੀਂ ਪਤਾ ਹੁੰਦਾ ਜੇ ਸਵੇਰ ਦਾ ਟਾਈਮ ਉਹ ਬਾਈਬਲ ਪੜ੍ਹ ਕੇ ਹਟਿਆ ਆ ਜਾਂ ਹਟੀ ਆ, ਚਾਹੇ ਉਹ ਭੈਣ ਆ ਚਾਹੇ ਭਰਾ ਆ, ਪਰ ਅਗਰ ਸ਼ਾਮ ਨੂੰ ਅਗਰ ਉਸ ਪ੍ਰਾਣੀ ਦੇ ਕੋਲ, ਉਸ ਭੈਣ ਭਰਾ ਦੇ ਕੋਲ ਪੁੱਛਿਆ ਜਾਵੇ ਕਿ ਤੁਸੀਂ ਅੱਜ ਵਚਨ ਬਾਈਬਲ ਦੇ ਵਿੱਚੋਂ ਕੀ ਰੀਡ ਕੀਤਾ ਆ, ਔਰ ਉਹਨਾਂ ਨੂੰ ਐਕਸਪਲੇਨ ਕਰਨਾ ਨਹੀਂ ਆਉਂਦਾ, ਉਹਨਾਂ ਨੂੰ ਦੱਸਣਾ ਨਹੀਂ ਆਉਂਦਾ, ਜਾਂ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕਿ ਅਸੀਂ ਕੀ ਪੜ੍ਹਿਆ ਆ, ਤੇ ਫਿਰ ਇਹਦਾ ਮਤਲਬ ਵਚਨ ਦਾ ਬੀਜ ਜਿਹੜਾ ਪਥਰੀਲੀ ਜ਼ਮੀਨ, ਤੁਹਾਡੇ ਦਿਲ ਦੀ ਜ਼ਮੀਨ ਜਿਹੜੀ ਆ ਉਹ ਪਥਰੀਲੀ ਹੋ ਗਈ ਆ, ਤੁਹਾਡੇ ਦਿਲ ਦੀ ਜ਼ਮੀਨ ਜਿਹੜੀ ਆ ਉਹ ਹਾਰਡ ਹੋ ਗਈ ਆ, ਸਖਤ ਹੋ ਗਈ ਆ, ਤੁਹਾਡੀ ਦਿਲ ਦੀ ਜ਼ਮੀਨ ਜਿਹੜੀ ਕੰਡਿਆਲੀਆਂ ਦੇ ਨਾਲ ਭਰ ਗਈ ਆ ਔਰ ਉੱਥੇ ਬੀਜ ਡਿੱਗ ਨਹੀਂ ਪਾ ਰਿਹਾ। ਜੇ ਡਿੱਗਦਾ ਵੀ ਆ ਤੇ ਉਹ ਕੰਡਿਆਲੀਆਂ ਉਹਨੂੰ ਵਧਣ ਨਹੀਂ ਦੇ ਰਹੀਆਂ, ਔਰ ਪਥਰੀਲੀ ਜ਼ਮੀਨ ਦੇ ਉੱਪਰੋਂ ਫਿਰ ਪੰਛੀ ਜਿਹੜਾ ਆ ਅਚਾਨਕ ਹੀ ਚੁੱਕ ਲੈਂਦਾ। ਪਥਰੀਲੀ ਜ਼ਮੀਨ ਮਤਲਬ ਸਮਝਦੇ ਆ, ਸਖਤ, ਜਿੱਦਾਂ ਗਲੀਆਂ ਆ ਤੁਹਾਡੀਆਂ, ਸੜਕਾਂ ਆ ਇੱਟਾਂ ਦੇ ਨਾਲ ਜਿੱਦਾਂ ਮਾਰਬਲ ਲਗਾ ਕੇ ਪੱਕਾ ਕਰ ਦਿੱਤਾ ਜਾਂਦਾ ਆ, ਉਹ ਆ ਪਥਰੀਲੀ ਜ਼ਮੀਨ। ਹਾਲੇਲੂਇਆ। ਜਿਹੜਾ ਕਿ ਬੀਜ ਨੀਚੇ ਜਾ ਹੀ ਨਹੀਂ ਸਕਦਾ ਮਿੱਟੀ ਤੱਕ, ਉੱਪਰ ਹੀ ਰਹੇਗਾ, ਜਾਂ ਤਾਂ ਪੈਰਾਂ 'ਚ ਮਿੱਧਿਆ ਜਾਏਗਾ। ਪੈਰਾਂ ਦੇ ਵਿੱਚ ਮਿੱਧਣ ਦਾ ਮਤਲਬ ਅਗਰ ਤੁਸੀਂ ਸਮਝੋ, ਮਤਲਬ ਜਿਸ ਪ੍ਰਾਣੀ ਦੇ ਕੋਲ ਵਚਨ ਭੇਜਿਆ ਗਿਆ ਉਹਨੇ ਉਹਨੂੰ ਅਸੈਪਟ ਨਹੀਂ ਕੀਤਾ, ਸੁਣ ਲਿਆ ਪਰ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਇਆ ਨਹੀਂ ਆ, ਇਹਦਾ ਮਤਲਬ ਉਹਨੇ ਉਹਦੀ ਬੇਕਦਰੀ ਕੀਤੀ ਆ।
ਕੋਈ ਵੀ ਚੀਜ਼ ਅਗਰ ਬੀਜ ਆ ਖੇਤ ਦੇ ਵਿੱਚ ਗਿਰੇਗਾ, ਨਰਮ ਜ਼ਮੀਨ 'ਚ ਗਿਰੇਗਾ, ਅਗਰ ਪੋਲੀ ਮਿੱਟੀ ਦੇ ਉੱਪਰ ਗਿਰੇਗਾ ਤੇ ਉਹ ਜ਼ਰੂਰ ਵਧੇਗਾ, ਫੁੱਲੇਗਾ ਤੇ ਫਲ ਲੈ ਕੇ ਆਏਗਾ। ਅਗਰ ਉਹ ਪਹੇ ਦੇ ਉੱਪਰ ਗਿਰਿਆ, ਮਤਲਬ ਰਾਸਤੇ ਤੇ ਗਿਰਿਆ, ਸੜਕ ਦੀਆਂ ਸਾਈਡਾਂ ਦੇ ਉੱਪਰ ਤੁਸੀਂ ਦੇਖਿਆ ਹੋਏਗਾ, ਉਹ ਫਿਰ ਜ਼ਿਆਦਾ ਸਮੇਂ ਤੱਕ ਨਹੀਂ ਹੁੰਦਾ, ਜ਼ਿਆਦਾ ਸਮੇਂ ਤੱਕ ਨਹੀਂ ਹੁੰਦਾ। ਖੇਤ ਦੇ ਵਿੱਚ ਉਹ ਪੂਰੀ ਆਪਣਾ ਜੋ ਉਹਦਾ ਪ੍ਰੋਸੈਸ ਆ, ਪੂਰਾ ਪ੍ਰੋਸੈਸ ਲੈ ਕੇ ਇੱਕ ਦਰਖਤ ਬਣਦਾ ਜਾਂ ਪੇੜ ਬਣਦਾ। ਪਰ ਜਿਹੜਾ ਰਾਸਤੇ ਦੇ ਉੱਪਰ ਗਿਰਿਆ, ਉਹ ਗੱਡੀਆਂ ਲੰਘਦੀਆਂ, ਉਹ ਤੋਂ ਲੋਕ ਲੰਘਦੇ ਆ, ਉਹ ਫਿਰ ਬੀਜ ਜਿਹੜਾ ਆ ਪੈਰਾਂ ਦੇ ਨਾਲ ਮਿੱਧਿਆ ਜਾਂਦਾ, ਟਾਇਰਾਂ ਦੇ ਨਾਲ ਮਿੱਧਿਆ ਜਾਂਦਾ, ਜਾਂ ਤਾਂ ਉਹ ਬੀਜ ਖਤਮ ਹੋ ਜਾਂਦਾ ਜਾਂ ਫਿਰ ਉਹ ਸਾਈਡ ਤੇ ਆ ਜਾਂਦਾ, ਸੜਕ ਦੇ, ਗਲੀ ਦੇ, ਸੜਕ ਤੇ ਜੋ ਵੀ ਆ। ਫਿਰ ਤੁਸੀਂ ਸੜਕ ਦੇ ਸਾਈਡਾਂ ਤੇ ਵੀ ਉੱਤੇ ਦੇਖਿਆ ਹੋਏਗਾ ਛੋਟਾ ਛੋਟਾ ਘਾਹ ਹੋ ਗਿਆ, ਬਟ ਉਹ ਜ਼ਿਆਦਾ ਸਮੇਂ ਤੱਕ ਨਹੀਂ ਹੁੰਦਾ, ਉਹਦੀ ਉਮਰ ਜਿਹੜੀ ਆ ਜ਼ਿਆਦਾ ਸਮੇਂ ਤੱਕ ਨਹੀਂ ਹੁੰਦੀ ਆ, ਬਟ ਉਹ ਖਤਮ ਹੋ ਜਾਂਦਾ ਆ, ਡੈਡ ਹੋ ਜਾਂਦਾ ਆ। ਇਦਾਂ ਹੀ ਤੁਹਾਡੇ ਦਿਲ ਦੀ ਜ਼ਮੀਨ ਆ, ਇਦਾਂ ਹੀ ਤੁਹਾਡੇ ਤੇ ਸਾਡੇ ਦਿਲ ਦੀ ਜ਼ਮੀਨ ਆ। ਅਗਰ ਇਹਦੀ ਗੋਡੀ ਕੱਢਾਂਗੇ ਤਾਂ ਇਹ ਨਰਮ ਰਹੇਗੀ, ਔਰ ਜਦੋਂ ਬੀਜ ਡਿੱਗੇਗਾ, ਜਦੋਂ ਤੁਸੀਂ ਇਹਦੇ ਉੱਪਰ ਗੌਰ ਕਰੋਗੇ, ਉਹ ਮੈਂ ਕਹਿੰਦਾ ਕਿ ਉਹ ਬਾਈਬਲ ਪੜ੍ਹਨ ਦਾ ਫਾਇਦਾ ਕੀ ਆ ਜਿਹੜਾ ਤੁਹਾਨੂੰ ਯਾਦ ਨਹੀਂ ਰਹਿੰਦਾ, ਜਿਹਨੂੰ ਤੁਸੀਂ ਯਾਦ ਨਹੀਂ ਕਰ ਸਕਦੇ। ਕਮੀ ਇਹ ਹੈ ਕਿ ਤੁਸੀਂ ਉਹਦੇ ਉੱਪਰ ਧਿਆਨ ਨਹੀਂ ਦਿੰਦੇ। ਵਚਨ ਨੂੰ ਜੋ ਤੁਸੀਂ ਪੜ੍ਹਿਆ ਆ, ਵਚਨ ਨੂੰ ਜੋ ਤੁਸੀਂ ਸੁਣਿਆ ਆ, ਉਹਦੇ ਉੱਪਰ ਤੁਸੀਂ ਗੌਰ ਨਹੀਂ ਕਰਦੇ। ਅਗਲਾ ਦਿਨ ਨੈਕਸਟ ਡੇ ਤੁਸੀਂ ਉਹਦੇ ਉੱਪਰ ਗੌਰ ਕਰਨਾ ਹੁੰਦਾ ਹੈ ਨਾ, ਮੈਡੀਟੇਸ਼ਨ ਕਰਨਾ ਹੁੰਦਾ, ਧਿਆਨ ਦੇਣਾ ਹੁੰਦਾ ਆ ਕਿ ਇਹ ਵਚਨ ਦੇ ਵਿੱਚ ਅਸੀਂ ਆਹ ਸੁਣਿਆ ਸੀ। ਪ੍ਰਾਰਥਨਾ ਦੇ ਵਿੱਚ ਉਹਨੂੰ ਦੁਹਰਾਓ, ਵਚਨ ਦੇ ਟੌਪਿਕ ਨੂੰ ਲਓ, ਜੋ ਵਚਨ ਦਾ ਟੌਪਿਕ ਦੱਸਿਆ ਗਿਆ ਆ, ਉਹ ਜੋ ਤੁਸੀਂ ਬਾਈਬਲ ਦੇ ਵਿੱਚ ਪੜ੍ਹਿਆ ਜਾਂ ਪਾਸਟਰ ਜੀ ਦੇ ਦੁਆਰਾ ਤੁਸੀਂ ਸੁਣਿਆ ਆ, ਉਸ ਵਚਨ ਦੇ ਟੌਪਿਕ ਨੂੰ ਲਓ, ਉਹਨੂੰ ਫਿਰ ਉਦੋਂ ਹੀ ਜਦੋਂ ਸੁਣਨ ਤੋਂ ਬਾਅਦ ਫਿਰ ਤੁਹਾਡੀਆਂ ਪ੍ਰਾਰਥਨਾਵਾਂ ਦੇ ਵਿੱਚ, ਤੁਹਾਡੇ ਮੂੰਹ ਦੇ ਵਿੱਚ ਉਹ ਗੁਣਗੁਣਾਣਾ ਆਉਣਾ ਚਾਹੀਦਾ ਹੈ। ਤੁਹਾਨੂੰ ਫਿਰ ਵਚਨ ਦਾ ਸਾਰਾ ਸਾਰ ਜਿਹੜਾ ਆ ਤੁਹਾਡੀ ਜ਼ੁਬਾਨ ਤੇ ਰੱਟ ਜਾਏਗਾ, ਤੁਹਾਡੇ ਦਿਲ ਦੇ ਵਿੱਚ ਜਮਾ ਹੋ ਜਾਏਗਾ। ਇਟ ਮੀਨਸ ਕਿ ਵਚਨ ਜਿਹੜਾ ਆ ਫਿਰ ਚੰਗੀ ਜ਼ਮੀਨ ਦੇ ਉੱਪਰ ਡਿੱਗ ਗਿਆ। ਹਾਲੇਲੂਇਆ। ਉਮੀਦ ਕਰਦਾ ਤੁਹਾਨੂੰ ਸਮਝ ਆ ਰਿਹਾ ਆ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਆ। ਵਚਨ ਇੱਕ ਬੀਜ ਆ, ਡਿਪੈਂਡ ਤੁਹਾਡੇ ਉੱਪਰ ਕਰਦਾ ਕਿ ਤੁਸੀਂ ਕਿੱਦਾਂ ਇਹਨੂੰ ਗ੍ਰਹਿਣ ਕਰਦੇ ਆ। ਕਈ ਲੋਕ ਪਤਾ ਕੀ ਆ, ਕਈਆਂ ਨੂੰ ਥੋੜੀ ਨੌਲੇਜ ਹੋ ਜਾਂਦੀ ਆ ਬਾਈਬਲ ਦੀ, ਔਰ ਕਈਆਂ ਨੂੰ ਨੌਲੇਜ ਹੋ ਜਾਂਦੀ ਆ ਮਸੀਹਤ ਦੀ, ਬਟ ਥੋੜੇ ਵਚਨ ਉਹ ਪੂਰੇ ਕਰਦੇ, ਥੋੜੇ ਨਹੀਂ ਕਰ ਪਾਉਂਦੇ। ਉਹਨਾਂ ਦੇ ਇਸੇ ਕਾਰਨ ਕਰਕੇ ਪਵਿੱਤਰ ਆਤਮਾ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਨਹੀਂ ਆ ਪਾਉਂਦਾ। ਬਾਈਬਲ ਕਹਿੰਦਾ ਸ਼ੈਤਾਨ ਨੂੰ ਥਾਂ ਦਿਓ, ਉਹ ਤੁਹਾਨੂੰ ਪਾੜ ਖਾਏਗਾ, ਖਤਮ ਕਰ ਦੇਗਾ ਉਹ ਤੁਹਾਨੂੰ। ਜਿੰਨੇ ਤੁਸੀਂ ਵਚਨ ਪੂਰੇ ਕਰਦੇ ਆ, ਉਹਦਾ ਕੋਈ ਮਹੱਤਵ ਨਹੀਂ ਤੁਹਾਡੀ ਜ਼ਿੰਦਗੀ 'ਚ, ਉਹ ਤੁਹਾਨੂੰ ਬਚਾ ਨਹੀਂ ਸਕਦੇ। ਤੁਹਾਨੂੰ ਕੰਪਲੀਟ ਹੋਣਾ ਪੈਣਾ, ਵਚਨ ਨੂੰ ਚੰਗੀ ਜ਼ਮੀਨ ਤੇ ਡਿੱਗਣ ਦੇਣਾ ਹੈ। ਜਦੋਂ ਵਚਨ ਤੁਹਾਨੂੰ ਕੁਝ ਕਹਿ ਰਿਹਾ ਹੈ, ਤੁਸੀਂ ਉਹਦੇ ਉੱਪਰ ਖਰੇ ਨਹੀਂ ਉਤਰਦੇ। ਇਟ ਮੀਨਸ ਕਿ ਤੁਸੀਂ ਵਚਨ ਦੀ ਕਦਰ ਨਹੀਂ ਕਰਦੇ ਪਏ, ਤੁਸੀਂ ਆਪਣੀਆਂ ਹੀ ਕਰਨੀਆਂ ਮੰਨਦੇ ਆ, ਤੁਸੀਂ ਆਪਣੀ ਹੀ ਇੱਛਾ ਨੂੰ ਪੂਰਾ ਕਰਨਾ ਜਾਣਦੇ ਆ। ਕਿਉਂਕਿ ਬਾਈਬਲ ਕਹਿੰਦਾ ਤੁਸੀਂ ਆਪਣੇ ਮੂੰਹ 'ਚੋਂ ਬੁਰੇ ਸ਼ਬਦ ਨਾ ਉਚਾਰੋ, ਪਰ ਅਗਰ ਫਿਰ ਵੀ ਉਚਾਰੇ ਜਾਂਦੇ ਤਾਂ ਮਤਲਬ ਅਸੀਂ ਆਪਣੀ ਮਰਜ਼ੀ ਕਰਦੇ ਆ, ਬਾਈਬਲ ਦੀ ਮਰਜ਼ੀ ਨੂੰ ਨਹੀਂ ਪੂਰਾ ਕਰਦੇ, ਮਤਲਬ ਪਰਮੇਸ਼ਵਰ ਦੀ ਮਰਜ਼ੀ ਨੂੰ ਨਹੀਂ ਪੂਰਾ ਕਰਦੇ। ਵਚਨ ਜਿਹੜਾ ਆ ਡਿੱਗ ਨਹੀਂ ਰਿਹਾ ਸਹੀ ਜ਼ਮੀਨ ਦੇ ਉੱਪਰ, ਤੁਸੀਂ ਉਹਨੂੰ ਉੱਪਰੋਂ ਗ੍ਰਹਿਣ ਕਰਦੇ ਪਏ ਆ, ਉੱਪਰੋਂ ਫਿਰ ਉਹ ਚੁਗਿਆ ਜਾਂਦਾ ਵਚਨ ਦਾ ਬੀਜ, ਔਰ ਫਿਰ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ, ਤੁਹਾਡੀ ਜ਼ਿੰਦਗੀ 'ਚ ਵਰਕ ਨਹੀਂ ਕਰੇਗਾ। ਵਚਨ ਸਾਰਿਆਂ ਲਈ ਸੁਣਾਇਆ ਜਾਂਦਾ, ਕੰਮ ਕਿਹਦੀ ਜ਼ਿੰਦਗੀ 'ਚ ਕਰਦਾ? ਜਿਹੜਾ ਉਹਦੇ ਉੱਪਰ ਅਧਿਐਨ ਕਰਦਾ, ਉਹਦੇ ਉੱਪਰ ਧਿਆਨ ਦਿੰਦਾ, ਮੈਡੀਟੇਸ਼ਨ ਕਰਦਾ ਆ, ਔਰ ਅਗਲੇ ਦਿਨ ਵੀ ਉਹਨੂੰ ਯਾਦ ਹੋਏਗਾ, ਹਫ਼ਤੇ ਬਾਅਦ ਵੀ ਉਹਨੂੰ ਯਾਦ ਹੋਏਗਾ ਕਿ ਮੈਂ ਲਾਸਟ ਵੀਕ ਕੀ ਵਚਨ ਸੁਣਿਆ ਸੀਗਾ। ਔਰ ਉਹੀ ਬੰਦੇ ਨੂੰ ਯਾਦ ਰਹੇਗਾ ਜਿਹੜਾ ਮੈਡੀਟੇਸ਼ਨ ਕਰਦਾ ਆ, ਧਿਆਨ ਦਿੰਦਾ ਕਿ ਹਾਂ ਮੈਂ ਕੀ ਸੁਣਿਆ ਸੀ, ਵਚਨ ਦੀ ਕਦਰ ਕਰਦਾ ਹੈ। ਔਰ ਜਿਹੜਾ ਵਚਨ ਦੀ ਕਦਰ ਕਰਦਾ, ਖੁਦਾਵੰਦ ਫਿਰ ਉਸ ਜ਼ਿੰਦਗੀ ਦੀ ਕਦਰ ਕਰਦਾ, ਉਸ ਸਪਿਰਿਟ ਦੀ ਕਦਰ ਕਰਦਾ, ਉਹਦੀਆਂ ਸੋਚਾਂ ਦੀ ਰਿਸਪੈਕਟ ਕਰਦਾ, ਉਹਦੇ ਚਾਲ ਚੱਲਣ ਦੀ ਰਿਸਪੈਕਟ ਕਰਦਾ। ਜਾਂ ਫਿਰ ਪਰਮੇਸ਼ਵਰ ਜੋ ਪਰਸਨ ਖੁਦਾਵੰਦ ਦੇ ਵਚਨ ਦੀ ਰਿਸਪੈਕਟ ਕਰਦੇ ਆ ਜਾਂ ਵਚਨ ਨੂੰ ਸਹੀ ਰੀਤੀ ਦੇ ਨਾਲ ਗ੍ਰਹਿਣ ਕਰਦੇ ਆ, ਬੋਲੋ ਹਾਲੇਲੂਇਆ। ਵਚਨ ਨੂੰ ਅਸੀਂ ਪੜ੍ਹਦੇ ਆ, ਤੁਸੀਂ ਸੁਣਨ ਦੀ ਕੋਸ਼ਿਸ਼ ਕਰਨਾ ਬੜੇ ਧਿਆਨ ਦੇ ਨਾਲ, ਤਾਂ ਜੋ ਖੁਦਾਵੰਦ ਦਾ ਪਵਿੱਤਰ ਆਤਮਾ ਸਾਡੀ ਮਦਦ ਕਰੇ, ਬੋਲੋ ਆਮੀਨ, ਹਾਲੇਲੂਇਆ। ਜਦੋਂ ਤੁਸੀਂ ਮਰਕੁਸ ਦਾ ਅੰਜੀਲ ਉਹਦਾ 4 ਨੰਬਰ ਅਧਿਆਇ ਮੇਰੇ ਨਾਲ ਓਪਨ ਕਰਨਾ ਆ, ਮਰਕੁਸ ਦਾ ਅੰਜੀਲ ਉਹਦਾ 4 ਨੰਬਰ ਅਧਿਆਇ ਉਹਦਾ 1 ਨੰਬਰ ਪੰਕਤੀ ਤੋਂ ਮੈਂ ਕੰਟੀਨਿਊ ਕਰਨਾ 9 ਨੰਬਰ ਪੰਕਤੀ ਤੱਕ। ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ, ਵਚਨ ਤੁਹਾਨੂੰ ਤੇ ਮੈਨੂੰ ਕੀ ਆਖਦਾ ਆ। ਹਾਲੇਲੂਇਆ। ਲਿਖਿਆ, ਉਹ ਫਿਰ ਝੀਲ ਦੇ ਕੰਢੇ ਉਪਦੇਸ਼ ਦੇਣ ਲੱਗਾ, ਔਰ ਇੱਕ ਐਡੀ ਭੀੜ ਉਹਦੇ ਕੋਲ ਇਕੱਠੀ ਹੋਈ ਜੋ ਉਹ ਝੀਲ ਦੇ ਵਿੱਚ ਇੱਕ ਬੇੜੀ ਉੱਤੇ ਚੜ੍ਹ ਬੈਠਾ, ਔਰ ਸਾਰੀ ਭੀੜ ਝੀਲ ਦੇ ਕੰਢੇ ਧਰਤੀ ਉੱਤੇ ਰਹੀ। ਤੇ ਉਸ ਨੇ ਉਹਨਾਂ ਨੂੰ ਦ੍ਰਿਸ਼ਟਾਂਤਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ, ਔਰ ਆਪਣੇ ਉਪਦੇਸ਼ ਵਿੱਚ ਉਹਨਾਂ ਨੂੰ ਕਿਹਾ, ਸੁਣੋ। ਹੈਰਾਨ ਕਰਨ ਵਾਲੀ ਗੱਲ ਹੈ, ਹੈਰਾਨੀ ਚਿੰਨ੍ਹ ਲੱਗਾ ਹੋਇਆ, ਕਹਿੰਦੇ ਸੁਣੋ ਤੇ ਵੇਖੋ। ਜਿਹੜੇ ਵਚਨ ਨੂੰ ਬੜੇ ਲਾਈਟਲੀ ਲੈਂਦੇ ਆ, ਬਾਈਬਲ ਨੂੰ ਪੜ੍ਹਦੇ ਆ, ਉਹਨਾਂ ਨੂੰ ਪਤਾ ਵੀ ਆ ਕਿ ਬਾਈਬਲ ਮੈਨੂੰ ਆਹ ਚੀਜ਼ਾਂ ਦੀ ਹਦਾਇਤ ਦੇ ਰਹੀ ਆ,
ਜਾਂ ਆ ਚੀਜ਼ਾਂ ਦਾ ਹਦਾਇਤ ਦੇ ਰਿਹਾ ਆ ਮੈਨੂੰ ਬਾਈਬਲ ਕਿ ਮੈਂ ਗਾਲਾਂ ਨਾ ਕੱਢਾਂ, ਮੈਂ ਕਿਸੇ ਦੇ ਬਾਰੇ ਬੁਰਾ ਨਾ ਬੋਲਾਂ, ਮੈਂ ਕਿਸੇ ਦਾ ਮਰਡਰ ਨਾ ਕਰਾਂ, ਮੈਂ ਚੋਰੀ ਨਾ ਕਰਾਂ, ਮੈਂ ਝੂਠ ਨਾ ਬੋਲਾਂ, ਮੈਂ ਲਾਲਚ ਨਾ ਕਰਾਂ, ਮੈਂ ਕਿਸੇ ਦਾ ਦਿਲ ਨਾ ਦੁਖਾਵਾਂ। ਇਹ ਬਾਈਬਲ ਮੈਨੂੰ ਹਦਾਇਤਾਂ ਦੇ ਰਿਹਾ ਆ। ਹਾਲੇਲੂਇਆ। ਇਸੇ ਲਈ ਬਾਈਬਲ ਕਹਿੰਦਾ ਸੁਣੋ ਤੇ ਵੇਖੋ, ਧਿਆਨ ਵੀ ਦਿਓ ਕਿ ਤੁਸੀਂ ਕੀ ਪੜ੍ਹਦੇ ਪਏ ਆ ਔਰ ਤੁਹਾਡਾ ਜੀਵਨ ਬਾਈਬਲ ਦੇ ਨਾਲ ਮੈਚ ਕਰ ਰਿਹਾ ਜਾਂ ਨਹੀਂ ਕਰ ਰਿਹਾ। ਕਈ ਲੋਕ ਚਰਚ ਆ ਰਹੇ ਆ ਰੈਗੂਲਰ, ਪਰ ਬਾਈਬਲ ਦੇ ਅਨੁਸਾਰ ਉਹਨਾਂ ਦਾ ਜੀਵਨ 1% ਵੀ ਮੈਚ ਨਹੀਂ ਕਰਦਾ। ਬਾਈਬਲ ਦੇ ਅਨੁਸਾਰ 5% ਵੀ ਉਹਨਾਂ ਦਾ ਜਿਹੜਾ ਜੀਵਨ ਆ ਬਾਈਬਲ ਦੇ ਨਾਲ ਉਹਨਾਂ ਦੀਆਂ ਆਦਤਾਂ ਮੈਚ ਨਹੀਂ ਕਰਦੀਆਂ। ਯਿਸੂ ਮਸੀਹ ਦੇ ਨਾਲ ਉਹਨਾਂ ਦੀਆਂ ਆਦਤਾਂ ਮੈਚ ਨਹੀਂ ਕਰਦੀਆਂ। ਹਾਲੇਲੂਇਆ। ਉਹ ਲੋਕ ਆ ਜਿਹੜੇ ਸਿਰਫ ਦਿਖਾਵੇ ਦੇ ਕ੍ਰਿਸਚਨ ਆ। ਉਹ ਲੋਕ ਆ ਜਿਹੜੇ ਕਿ ਨਵੇਂ ਕ੍ਰਿਸਚਨ ਆ। ਤੁਹਾਨੂੰ ਮੈਚੁਰ ਹੋ ਜਾਣਾ ਚਾਹੀਦਾ। ਅਗਰ ਅੱਜ ਵੀ ਤੁਹਾਡੇ ਕੋਲੋਂ ਪਾਪ ਨਹੀਂ ਛੱਡ ਹੋ ਰਿਹਾ, ਅੱਜ ਵੀ ਤੁਹਾਡੇ ਕੋਲੋਂ ਬੁਰਾਈ ਛੱਡ ਨਹੀਂ ਹੋ ਰਹੀ, ਅੱਜ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕਮੀਆਂ ਤੁਹਾਨੂੰ ਪਤਾ ਆ ਪਰ ਉਹ ਤੁਹਾਡੇ ਕੋਲੋਂ ਛੱਡ ਨਹੀਂ ਹੋ ਰਹੀਆਂ ਜਾਂ ਉਹਨਾਂ ਦੇ ਉੱਪਰ ਤੁਸੀਂ ਫਤਿਹ ਨਹੀਂ ਪਾ ਰਹੇ ਆ, ਇਹਦਾ ਮਤਲਬ ਵਚਨ ਦੇ ਵੱਲ ਜਿਹੜਾ ਧਿਆਨ ਤੁਹਾਡਾ ਘੱਟ ਆ। ਤੁਹਾਡਾ ਧਿਆਨ ਚੰਗਿਆਈ ਦੇ ਵੱਲ ਆ, ਤੁਹਾਡਾ ਧਿਆਨ ਪ੍ਰੋਫੈਸੀ ਦੇ ਵੱਲ ਆ, ਤੁਹਾਡਾ ਧਿਆਨ ਦੁਨਿਆਵੀ ਬਰਕਤਾਂ ਦੇ ਵੱਲ ਆ, ਤੁਹਾਡਾ ਧਿਆਨ ਕਿਸੇ ਹੋਰ ਪਾਸੇ ਵੱਲ ਆ। ਧਰਤੀ ਦੇ ਉੱਪਰ ਗੱਲਾਂ ਦੇ ਉੱਪਰ ਆ, ਧਰਤੀ ਦੀਆਂ ਚੀਜ਼ਾਂ ਦੇ ਉੱਪਰ ਆ, ਧਰਤੀ ਦੇ ਲੋਕਾਂ ਦੇ ਉੱਪਰ ਆ। ਇਸੇ ਹੀ ਕਾਰਨ ਦੇ ਕਰਕੇ ਤੁਸੀਂ ਵਚਨ ਦੇ ਉੱਪਰ ਖਰੇ ਨਹੀਂ ਉਤਰ ਪਾਉਂਦੇ, ਬਾਈਬਲ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਚਲਾ ਨਹੀਂ ਪਾਉਂਦੇ। ਹਾਲੇਲੂਇਆ। ਖੁਦਾਵੰਦ ਨੇ ਨਿਆਂ ਦੇ ਦਿਨਾਂ ਦੇ ਵਿੱਚ ਇਹੀ ਗੱਲ ਪੁੱਛਣੀ ਆ ਔਰ ਇਹੀ ਗੱਲ ਦੇਖਣੀ ਆ ਕਿ ਤੁਹਾਡਾ ਜਿਹੜਾ ਜੀਵਨ ਆ, ਤੁਹਾਡਾ ਰੂਹ ਜਿਸਮ ਜਾਨਾ ਬਾਈਬਲ ਦੇ ਨਾਲ ਕਿੰਨਾ ਮੈਚ ਕਰਦਾ। ਹਾਲੇਲੂਇਆ। ਕਿੰਨਾ ਕੁ ਮੈਚ ਕਰਦਾ ਪਿਆ ਆ। ਹਾਲੇਲੂਇਆ। ਮਤਲਬ ਤੁਸੀਂ ਸਮਝੋ ਕਿ ਤੁਹਾਡਾ 100% ਜਿਹੜਾ ਜੀਵਨ ਆ ਬਾਈਬਲ ਦੇ ਨਾਲ ਮੈਚ ਕਰਦਾ ਹੋਏਗਾ, ਤਾਂ ਤੁਸੀਂ ਸਵਰਗ ਦੇ ਵਿੱਚ ਐਂਟਰ ਹੋ ਸਕਦੇ ਆ। ਇਹ ਨਹੀਂ, ਬਾਈਬਲ ਕਹਿੰਦਾ ਕਿ ਇਹ ਨਾ ਹੋਵੇ ਕਿ ਤੇਰੇ ਅੱਗੇ 10 ਹੁਕਮ ਹੋਣ ਤੇ ਤੂੰ 9 ਪੂਰੇ ਕਰਦਾ ਹੋਵੇਂ ਬੜੀ ਅੱਛੀ ਰੀਤੀ ਦੇ ਨਾਲ, ਤੇ ਤੈਨੂੰ ਲੱਗੇ ਕਿ ਇੱਕ ਤੇਰੇ ਕੋਲੋਂ ਹੋ ਨਹੀਂ ਰਿਹਾ ਤੇ ਤੈਨੂੰ ਸਵਰਗ ਦੇ ਵਿੱਚ ਥਾਂ ਮਿਲ ਜਾਏਗਾ ਜਾਂ ਖੁਦਾ ਤੇਰੇ ਤੇ ਤਰਸ ਕਰ ਲੇਗਾ। ਨਹੀਂ, ਤੁਸੀਂ ਵਚਨ ਦੀ ਅਹਿਮੀਅਤ ਦੇਖੋ। ਬਾਈਬਲ ਕਹਿੰਦਾ ਆ ਖੁਦਾ ਨੇ ਆਪਣੇ ਨਾਮ ਤੋਂ ਵੱਧ ਕੇ ਆਪਣੇ ਵਚਨ ਨੂੰ ਮਹੱਤਵ ਦਿੱਤਾ ਹੈ। ਅਗਰ ਤੁਸੀਂ ਜ਼ਬੂਰਾਂ ਦੇ ਵਿੱਚ ਪੜੋ ਤੁਹਾਨੂੰ ਪਤਾ ਲੱਗੇ। ਹਾਲੇਲੂਇਆ। ਉਹਨੇ ਆਪਣੇ ਨਾਮ ਤੋਂ ਵੱਧ ਕੇ ਆਪਣੇ ਵਚਨ ਨੂੰ ਮਹੱਤਵ ਦਿੱਤਾ ਹੈ ਤੇ ਕਿੰਨਾ ਇੰਪੋਰਟੈਂਟ ਆ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਵਚਨ ਦਾ ਹੋਣਾ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਕੱਲ ਵੀ ਬਾਈਬਲ ਪੜ੍ਹਿਆ ਔਰ ਅੱਜ ਤੁਹਾਨੂੰ ਪਤਾ ਨਹੀਂ ਹੈ ਕਿ ਤੁਸੀਂ ਕੀ ਪੜ੍ਹਿਆ, ਅਗਰ ਮੈਂ ਤੁਹਾਡੇ ਅੱਗੇ ਸਵਾਲ ਖੜਾ ਕਰਦਾ, ਮੈਂ ਇੱਕ ਵਾਰ ਆਪਣੇ ਆਪ ਦੇ ਨਾਲ ਗੱਲ ਕਰਕੇ ਦੇਖੋ, ਤੁਸੀਂ ਕੱਲ ਕੀ ਬਾਈਬਲ ਦੇ ਵਿੱਚੋਂ ਪੜ੍ਹਿਆ। ਤੁਸੀਂ ਉਹਦਾ ਅਧਿਆਇ ਦੱਸੋ, ਉਹਦਾ ਵਰਸ ਦੱਸੋ, ਆਪਣੇ ਨਾਲ ਗੱਲ ਕਰੋ। ਕਿਤਾਬ ਦਾ ਨਾਮ ਦੱਸੋ, ਚੈਪਟਰ ਦਾ ਨਾਮ ਦੱਸੋ ਔਰ ਵਰਸ ਦਾ ਨਾਮ ਦੱਸੋ ਕਿ ਤੁਸੀਂ ਕਿਹੜੇ ਬੁੱਕ ਦੇ ਵਿੱਚ ਰੀਡ ਕਰ ਰਹੇ, ਜੋ ਤੁਹਾਡਾ ਰੈਗੂਲਰ ਤੁਸੀਂ ਬਾਈਬਲ ਨੂੰ ਪੜ੍ਹਦੇ ਆ, ਜੋ ਤੁਸੀਂ ਰੂਟੀਨ ਦੇ ਵਿੱਚ ਬਾਈਬਲ ਨੂੰ ਪੜ੍ਹਦੇ ਆ। ਆਪਣੇ ਨਾਲ ਗੱਲ ਕਰੋ, ਆਪਣੇ ਪਰਿਵਾਰ ਦੇ ਨਾਲ ਗੱਲ ਕਰੋ, ਦੱਸੋ ਉਹਨਾਂ ਨੂੰ ਕਿ ਤੁਸੀਂ ਕਿੱਥੇ ਬਾਈਬਲ ਨੂੰ ਰੀਡ ਕਰ ਰਹੇ ਆ, ਤੁਸੀਂ ਕਿਹੜੀ ਕਿਤਾਬ ਦੇ ਵਿੱਚ ਆ, ਕਿਹੜੇ ਚੈਪਟਰ ਦੇ ਵਿੱਚ ਆ ਔਰ ਕਿਹੜੀ ਵਰਸ ਦੇ ਵਿੱਚ ਆ। ਅਗਰ ਤੁਸੀਂ ਦੱਸ ਰਹੇ ਆ ਆਪਣੇ ਪਰਿਵਾਰ ਨੂੰ, ਆਪਣੇ ਆਪ ਨੂੰ, ਤੇ ਇਟ ਮੀਨਸ ਵਚਨ ਦੇ ਵੱਲ ਤੁਹਾਡਾ ਧਿਆਨ ਹੈ, ਤੁਸੀਂ ਵਚਨ ਨੂੰ ਅੱਛੀ ਰੀਤੀ ਦੇ ਨਾਲ ਗ੍ਰਹਿਣ ਕਰ ਰਹੇ ਆ। ਬੋਲੋ ਆਮੀਨ। ਹਾਲੇਲੂਇਆ। ਅਗਰ ਤੁਹਾਨੂੰ ਚੈਪਟਰ ਨਹੀਂ ਯਾਦ, ਅਗਰ ਤੁਹਾਨੂੰ ਬੁੱਕ ਦਾ ਨਾਮ ਨਹੀਂ ਯਾਦ ਆ, ਅਗਰ ਤੁਹਾਨੂੰ ਬਸ ਇੱਕ ਤੁਸੀਂ ਨਿਸ਼ਾਨੀ ਲਗਾਈ ਹੋਈ ਆ ਜੋ ਬਾਈਬਲ ਦੇ ਅੰਦਰ ਇੱਕ ਡੋਰੀ ਦਿੱਤੀ ਹੁੰਦੀ ਆ ਕਿ ਤੁਸੀਂ ਇਹਨੂੰ ਹੀ ਬਸ ਉਹਦੇ ਉੱਪਰ ਰੱਖ ਲੈਂਦੇ ਆ, ਤਾਂ ਇਟ ਮੀਨਸ ਵਚਨ ਦੇ ਵੱਲ ਧਿਆਨ ਤੁਹਾਡਾ ਘੱਟ ਆ। ਵਚਨ ਦਾ ਮਹੱਤਵ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਆ। ਹਾਲੇਲੂਇਆ। ਵਚਨ ਹੀ ਯਿਸੂ ਮਸੀਹ ਆ, ਵਚਨ ਹੀ ਖੁਦਾ ਆ, ਵਚਨ ਹੀ ਪਰਮੇਸ਼ਵਰ ਦਾ ਪਿਆਰ ਆ, ਵਚਨ ਹੀ ਪਰਮੇਸ਼ਵਰ ਦਾ ਦਿਲ ਆ ਜਿਹਨੂੰ ਅਸੀਂ ਸਮਝਣਾ ਆ ਔਰ ਆਪਣੇ ਦਿਲ ਦੇ ਨਾਲ ਇਹਨੂੰ ਮੈਚ ਕਰਨਾ, ਆਪਣੇ ਦਿਲ ਨੂੰ ਇਹਦੇ ਨਾਲ ਮੈਚ ਕਰਨਾ। ਹਾਲੇਲੂਇਆ। ਖੁਦਾਵੰਦ ਨੇ ਕਿਹਾ ਸੁਣੋ ਤੇ ਵੇਖੋ। ਕਹਿੰਦੇ ਇੱਕ ਬੀਜਣ ਵਾਲਾ ਬੀਜਣ ਦੇ ਲਈ ਨਿਕਲਿਆ, ਬੀਜ ਲੈ ਕੇ ਬੀਜਣ ਦੇ ਲਈ ਨਿਕਲਿਆ ਅਤੇ ਇਉਂ ਹੋਇਆ ਕਿ ਉਹਦੇ ਬੀਜਦਿਆਂ ਕੁਝ ਪਹੇ ਦੇ ਵੱਲ ਗਿਰ ਪਿਆ। ਪਹੇ ਵੱਲ ਮਤਲਬ ਰਾਸਤੇ ਦੇ ਉੱਪਰ। ਉਹਦੇ ਬੀਜਦਿਆਂ ਉਹਨੇ ਬੀਜ ਸੁੱਟਿਆ, ਜਦੋਂ ਉਹ ਰਾਸਤੇ ਦੇ ਉੱਪਰ, ਕਿਨਾਰੇ ਦੇ ਉੱਪਰ ਚਲਾ ਗਿਆ, ਸੜਕ ਦੇ ਕਿਨਾਰੇ ਦੇ ਉੱਪਰ ਗਿਰਿਆ। ਔਰ ਅੱਗੇ ਲਿਖਿਆ ਇਉਂ ਹੋਇਆ ਕਿ ਉਹਦੇ ਬੀਜਦਿਆਂ ਕੁਝ ਪਹੇ ਦੇ ਵੱਲ ਗਿਰ ਪਿਆ ਅਤੇ ਪੰਛੀ ਆਣ ਕੇ ਉਹਨੂੰ ਚੁਗ ਗਏ। ਹੁਣ ਤੁਸੀਂ ਦੇਖੋ, ਦਿਲ ਦੀ ਸੈਂਟਰ ਦੇ ਵਿੱਚ ਬੀਜ ਡਿੱਗਦਾ ਜਾਂ ਦਿਲ ਦੇ ਤੁਹਾਡੇ ਸਾਈਡ ਦੇ ਉੱਪਰ। ਦਿਲ ਇੱਕ ਜ਼ਮੀਨ ਆ। ਹੁਣ ਜ਼ਮੀਨ ਦੇ ਸਾਈਡ ਦੇ ਉੱਪਰ ਅਗਰ ਪਹੇ ਦੇ ਵੱਲ ਗਿਰੇਗਾ ਤੇ ਪੰਛੀ ਉਹਨੂੰ ਚੁਗ ਕੇ ਲੈ ਜਾਏਗਾ। ਹਾਲੇਲੂਇਆ।
ਉਹਦੀ ਕੋਈ ਰਿਸਪੈਕਟ ਨਹੀਂ ਹੈ। ਇੱਕ ਵਾਰ ਦੀ ਗੱਲ ਆ, ਇੱਕ ਬੰਦੇ ਦਾ ਹੱਥ ਸੁੱਕਾ ਹੁੰਦਾ, ਚੱਲਦਾ ਨਹੀਂ ਹੁੰਦਾ, ਉਹ ਨਾ ਇੱਕ ਕਾਰਨਰ ਤੇ ਜਾ ਕੇ ਬੈਠਾ ਹੁੰਦਾ ਮੰਦਿਰ ਦੇ ਵਿੱਚ ਜਾਂ ਭਵਨ ਦੇ ਵਿੱਚ, ਬਾਈਬਲ ਦੇ ਵਿੱਚ ਜ਼ਿਕਰ ਆ। ਔਰ ਉਹ ਕਾਰਨਰ ਦੇ ਵਿੱਚ ਬੈਠਾ ਹੁੰਦਾ, ਪਰ ਉਹਦਾ ਹੱਥ ਸੁੱਕਾ ਹੀ ਹੁੰਦਾ, ਕੰਮ ਨਹੀਂ ਕਰਦਾ ਹੁੰਦਾ। ਫਿਰ ਯਿਸੂ ਮਸੀਹ ਨੇ ਉਹਨੂੰ ਆਵਾਜ਼ ਮਾਰੀ, ਉਹਨੂੰ ਕਹਿੰਦੇ ਇੱਧਰ ਆ, ਸੈਂਟਰ ਦੇ ਵਿੱਚ ਆ। ਹਾਲੇਲੂਇਆ। ਉਹਨੂੰ ਫਿਰ ਸੈਂਟਰ ਦੇ ਵਿੱਚ ਲੈ ਕੇ ਆ ਕੇ ਤੇ ਉਹਨੂੰ ਹੀਲ ਕਰਦੇ। ਉਹਦਾ ਹੱਥ ਫਿਰ ਦੂਸਰੇ ਹੱਥ ਦੀ ਤਰ੍ਹਾਂ ਬਿਲਕੁਲ ਹੀਲ ਹੋ ਜਾਂਦਾ, ਕੰਮ ਕਰਦਾ ਆ। ਮਤਲਬ ਜਦ ਤੱਕ ਸਾਈਡ ਦੇ ਉੱਪਰ ਆ, ਕਾਰਨਰ ਦੇ ਵਿੱਚ ਤੁਸੀਂ ਰਹੋਗੇ, ਕਾਮਯਾਬ ਨਹੀਂ ਹੋ ਸਕਦੇ, ਆਪਣੀ ਹੀਲਿੰਗ ਨੂੰ ਨਹੀਂ ਲੈ ਸਕਦੇ, ਆਪਣੀ ਡਿਲੀਵਰੈਂਸ ਨੂੰ ਨਹੀਂ ਲੈ ਸਕਦੇ, ਖੁਦਾਵੰਦ ਦੇ ਕੋਲੋਂ ਬਰਕਤ ਨੂੰ ਨਹੀਂ ਲੈ ਸਕਦੇ। ਅਗਰ ਤੁਸੀਂ ਬਾਈਬਲ ਨੂੰ ਧਿਆਨ ਨਾਲ ਪੜ੍ਹੋ, ਤੁਹਾਨੂੰ ਫਿਰ ਇਹ ਰੈਫਰੈਂਸ ਜਾਂ ਦ੍ਰਿਸ਼ਟਾਂਤ ਤੁਹਾਨੂੰ ਮਿਲੇਗਾ ਪੜ੍ਹਨ ਦੇ ਵਿੱਚ ਕਿ ਇੱਕ ਬੰਦਾ ਕਾਰਨਰ ਦੇ ਉੱਪਰ ਬੈਠਾ ਹੁੰਦਾ, ਬਟ ਉਹ ਬਿਮਾਰ ਹੁੰਦਾ, ਪਰ ਯਿਸੂ ਮਸੀਹ ਉਹਨੂੰ ਆਵਾਜ਼ ਲਗਾ ਕੇ ਸੈਂਟਰ ਦੇ ਵਿੱਚ ਲੈ ਕੇ ਆਉਂਦੇ, ਫਿਰ ਉਹਨੂੰ ਹੀਲ ਕਰਦੇ ਆ। ਮਤਲਬ ਬੀਜ ਜਿਹੜਾ ਆ, ਵਚਨ ਜਿਹੜਾ ਅਗਰ ਸਾਈਡ ਤੇ ਗਿਰੇਗਾ, ਤੁਹਾਡੇ ਦਿਲ ਦੀ ਜ਼ਮੀਨ ਹੈ, ਤੁਹਾਡੀ ਖੇਤ ਹੈ ਇੱਕ ਰੀਤੀ ਦਾ, ਅਗਰ ਸਾਈਡ ਤੇ ਗਿਰੇਗਾ ਤੇ ਉਹ ਫਲਵੰਤ ਨਹੀਂ ਹੋ ਸਕਦਾ, ਉਹ ਬੀਜ ਪੁੰਗਰ ਨਹੀਂ ਸਕਦਾ, ਉਹ ਬੀਜ ਵੱਧ ਨਹੀਂ ਸਕਦਾ, ਉਹ ਬੀਜ ਦਾ ਜੋ ਮਕਸਦ ਆ ਉਹ ਪੂਰਾ ਨਹੀਂ ਹੋ ਸਕਦਾ। ਤੁਹਾਨੂੰ ਪਤਾ, ਕਣਕ ਦਾ ਬੀਜ ਅਗਰ ਜ਼ਮੀਨ ਦੇ ਵਿੱਚ ਸੁੱਟਾਂਗੇ ਨਾ, ਉਹਦਾ ਮਕਸਦ ਕੀ ਆ? ਕਣਕ ਨੂੰ ਪੈਦਾ ਕਰਨਾ, ਕਣਕ ਦੇ ਵਿੱਚ ਵਾਧਾ ਕਰਨਾ। ਮੈਂ ਉਮੀਦ ਕਰਦਾ ਕਿ ਪਵਿੱਤਰ ਆਤਮਾ ਜੋ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਡੀ ਸਮਝ ਦੇ ਵਿੱਚ ਆਏਗਾ। ਅਗਰ ਰਾਈ ਦਾ ਦਾਣਾ ਸੁੱਟਾਂਗੇ ਜ਼ਮੀਨ 'ਚ, ਉਹ ਫਿਰ ਰਾਈ ਦੇ ਦਾਣੇ ਨੂੰ ਵਧਾਏਗਾ। ਅਗਰ ਅਸੀਂ ਸਾਗ ਪੱਤ ਬੀਜਾਂਗੇ ਤੇ ਉਹ ਸਾਗ ਪੱਤ ਨੂੰ ਵਧਾਏਗਾ, ਉਹਦੀ ਤਾਦਾਦ ਨੂੰ ਵਧਾਏਗਾ। ਪਿਆਜ਼ ਦਾ ਬੀਜ ਸੁੱਟਾਂਗੇ ਤਾਂ ਪਿਆਜ਼ ਦੇ ਵਿੱਚ ਵਾਧਾ ਹੋਏਗਾ। ਇਹ ਪਰਮੇਸ਼ਵਰ ਦਾ ਵਚਨ ਆ, ਪਰਮੇਸ਼ਵਰ ਦੀਆਂ ਆਗਿਆਵਾਂ ਆ। ਇਹ ਉਹ ਵਚਨ ਦਾ ਬੀਜ ਆ ਜਿਹੜਾ ਕਿ ਤੁਹਾਡੇ ਦਿਲ ਦੀ ਜ਼ਮੀਨ ਤੇ ਜਦੋਂ ਡਿੱਗਣਾ ਨਾ, ਪਰਮੇਸ਼ਵਰ ਦੇ ਰਾਜ ਦੇ ਵਿੱਚ ਵਾਧਾ ਹੋਣਾ। ਬੋਲੋ ਆਮੀਨ, ਹਾਲੇਲੂਇਆ। ਪਰਮੇਸ਼ਵਰ ਦੇ ਰਾਜ ਦੇ ਵਿੱਚ ਵਾਧਾ ਹੋਣਾ, ਪਰਮੇਸ਼ਵਰ ਦੀਆਂ ਜਿਹੜੀਆਂ ਆਦਤਾਂ ਆ, ਤੁਹਾਡੀਆਂ ਆਦਤਾਂ ਬਣਨੀਆਂ ਆ। ਹਾਲੇਲੂਇਆ। ਮੈਂ ਫਿਰ ਤੁਹਾਨੂੰ ਦੱਸਦਾ ਆ, ਅਗਰ ਗੰਨੇ ਦਾ ਬੀਜ ਹੋਏਗਾ ਤੇ ਗੰਨੇ ਦੀ ਤਾਦਾਦ ਨੂੰ ਵਧਾਏਗਾ, ਅਗਰ ਮੱਕੀ ਦਾ ਬੀਜ ਹੋਏਗਾ ਮੱਕੀ ਦੀ ਤਾਦਾਦ ਨੂੰ ਵਧਾਏਗਾ, ਕਣਕ ਦਾ ਬੀਜ ਹੋਏਗਾ ਤੇ ਕਣਕ ਦੀ ਤਾਦਾਦ ਨੂੰ ਵਧਾਏਗਾ। ਅਗਰ ਪਰਮੇਸ਼ਵਰ ਦਾ ਬੀਜ ਆ ਤੇ ਇਹ ਪਰਮੇਸ਼ਵਰ ਦਾ ਵਚਨ ਜਿਹੜਾ ਬੀਜ ਆ, ਅਗਰ ਇਹ ਚੰਗੀ ਜ਼ਮੀਨ ਤੇ ਡਿੱਗੇਗਾ ਤੇ ਪਰਮੇਸ਼ਵਰ ਦੇ ਰਾਜ ਨੂੰ ਵਧਾਏਗਾ, ਪਰਮੇਸ਼ਵਰ ਦੀਆਂ ਗੱਲਾਂ ਨੂੰ ਵਧਾਏਗਾ, ਪਰਮੇਸ਼ਵਰ ਦੇ ਚਿੰਨ ਚਮਤਕਾਰਾਂ ਨੂੰ ਵਧਾਏਗਾ, ਪਰਮੇਸ਼ਵਰ ਦੇ ਪਿਆਰ ਨੂੰ ਵਧਾਏਗਾ, ਪਰਮੇਸ਼ਵਰ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਏਗਾ। ਬੋਲੋ ਆਮੀਨ, ਹਾਲੇਲੂਇਆ। ਇਹ ਬੀਜ ਇਸੇ ਲਈ ਤੁਹਾਡੇ ਤੇ ਮੇਰੇ ਹੱਥਾਂ ਦੇ ਵਿੱਚ ਆ, ਇਹ ਬੀਜ ਇਸੇ ਲਈ ਤੁਹਾਡੇ ਤੇ ਮੇਰੀ ਜ਼ਿੰਦਗੀ ਦੇ ਵਿੱਚ ਆ। ਇਹ ਇਸੇ ਲਈ ਪਰਮੇਸ਼ਵਰ ਨੇ ਕਿਹਾ ਕਿ ਇਹ ਸੈਂਟਰ ਦੇ ਵਿੱਚ ਗਿਰਨਾ ਚਾਹੀਦਾ ਆ, ਸਾਈਡ ਤੇ ਨਹੀਂ ਗਿਰਨਾ ਚਾਹੀਦਾ। ਕਹਿੰਦੇ ਬੀਜ ਬੀਜਣ ਵਾਲਾ ਬੀਜ ਬੀਜਣ ਦੇ ਲਈ ਨਿਕਲਿਆ, ਕੁਝ ਪਹੇ ਦੇ ਵੱਲ ਗਿਰ ਗਿਆ, ਮਤਲਬ ਰਾਸਤੇ ਦੇ ਉੱਪਰ, ਸਾਈਡਾਂ ਦੇ ਉੱਪਰ, ਕਾਰਨਰ ਦੇ ਉੱਪਰ, ਉਹ ਫਲਵੰਤ ਨਹੀਂ ਹੋ ਸਕਦਾ। ਕਹਿੰਦੇ ਪੰਛੀ ਆਇਆ ਔਰ ਉਹਨੂੰ ਚੁੱਗ ਕੇ ਲੈ ਗਿਆ। ਕਿੱਥੇ ਗਿਆ ਫਿਰ ਵਚਨ? ਇਹ ਉਹ ਵਾਲਾ ਵਚਨ ਆ ਜਦੋਂ ਤੁਸੀਂ ਸੁਣਦੇ ਆ, ਇਹ ਉਹ ਵਾਲਾ ਬੀਜ ਆ ਜਦੋਂ ਤੁਸੀਂ ਚਰਚ ਦੇ ਵਿੱਚ ਬੈਠ ਕੇ ਵਚਨ ਨੂੰ ਸੁਣਦੇ ਆ ਔਰ ਪਾਸਟਰ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਔਰ ਤੁਸੀਂ ਸਮਝ ਤਾਂ ਲੈਂਦੇ ਆ ਉਦੋਂ, ਹਾਂ ਠੀਕ ਹੈ, ਹੁਣ ਮੈਂ ਇਦਾਂ ਵੀ ਨਹੀਂ ਕਰਨਾ, ਇਦਾਂ ਵੀ ਨਹੀਂ ਕਰਨਾ, ਇਦਾਂ ਵੀ ਨਹੀਂ ਕਰਨਾ। ਹੁਣ ਜਿੱਦਾਂ ਪਾਸਟਰ ਜੀ ਦੁਆਰਾ ਖੁਦਾ ਨੇ ਮੇਰੇ ਨਾਲ ਗੱਲ ਕੀਤੀ, ਮੈਂ ਹੁਣ ਇਦਾਂ ਕਰਾਂਗਾ, ਇਦਾਂ ਕਰਾਂਗੀ, ਇਦਾਂ ਹੀ ਕਰਨਾ ਆ। ਔਰ ਜਿੱਦਾਂ ਹੀ ਚਰਚ ਤੋਂ ਬਾਹਰ ਜਾਂਦਾ ਆ ਬੰਦਾ, ਉਦੋਂ ਹੀ ਭੁੱਲ ਜਾਂਦਾ ਕੀ ਸੁਣਿਆ ਸੀ, ਕੀ ਗ੍ਰਹਿਣ ਕੀਤਾ ਸੀਗਾ। ਆਪਣੀ ਫਿਰ ਜੌਬ ਦੇ ਵਿੱਚ ਬਿਜ਼ੀ, ਆਪਣੀ ਸਟੱਡੀ ਦੇ ਵਿੱਚ ਬਿਜ਼ੀ, ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬਿਜ਼ੀ, ਆਪਣੇ ਰੂਟੀਨ ਦੇ ਰੁਝੇਵਿਆਂ ਦੇ ਵਿੱਚ, ਜਿਹੜੇ ਰੂਟੀਨ ਦੇ ਕੰਮ ਆ ਉਹਨਾਂ ਦੇ ਵਿੱਚ ਬਿਜ਼ੀ। ਵਚਨ ਕਿੱਥੇ ਗਿਆ? ਇਹੀ ਕਾਰਨ ਆ ਮਸੀਹ ਲੋਕਾਂ ਦਾ ਨਾ ਕਾਮਯਾਬ ਹੋਣਾ, ਇਹੀ ਕਾਰਨ ਆ ਪਵਿੱਤਰ ਆਤਮਾ ਨਾ ਪਾਉਣ ਦਾ, ਇਹੀ ਕਾਰਨ ਆ ਪਰਮੇਸ਼ਵਰ ਦੇ ਵੱਲੋਂ ਸਵਰਗ ਨੂੰ ਨਾ ਖੋਲਣਾ, ਇਹੀ ਕਾਰਨ ਆ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਉਹ ਬਰਕਤ ਰਿਲੀਜ਼ ਨਹੀਂ ਹੁੰਦੀ ਜੋ ਖੁਦਾਬੰਦ ਨੇ ਕਿਹਾ ਆ ਕਿ ਮੈਂ ਤੇਰੇ ਲਈ ਆਕਾਸ਼ ਦੇ ਝਰੋਖੇ ਖੋਲ ਦਵਾਂਗਾ, ਇੰਨੀ ਬਰਕਤ ਰਿਲੀਜ਼ ਕਰਾਂਗਾ ਤੇਰੇ ਕੋਲ ਰੱਖਣ ਨੂੰ ਥਾਂ ਨਾ ਹੋਵੇਗਾ। ਬੋਲੋ ਆਮੀਨ, ਹਾਲੇਲੂਇਆ। ਉਹਦਾ ਇਹੀ ਕਾਰਨ ਆ ਕਿ ਉਹ ਦਰਵਾਜ਼ੇ ਤੁਹਾਡੇ ਲਈ ਕਿਉਂ ਨਹੀਂ ਖੁੱਲਦੇ। ਉਹਦਾ ਕਾਰਨ ਇਹ ਆ ਕਿ ਵਚਨ ਦੇ ਉੱਪਰ ਅਧਿਐਨ ਨਹੀਂ ਆ, ਵਚਨ ਦੇ ਉੱਪਰ ਧਿਆਨ ਨਹੀਂ ਆ, ਵਚਨ ਦੇ ਉੱਪਰ ਫੋਕਸ ਨਹੀਂ ਆ ਕਿ ਤੁਸੀਂ ਚਰਚ ਕੀ ਕਰਨ ਆਏ ਆ? ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਆਇਆ। ਚਰਚ ਕੀ ਕਰਨ ਆਇਆ? ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਆਇਆ। ਚਰਚ ਕੀ ਕਰਨ ਆਇਆ? ਖੁਦਾਵੰਦ ਨੂੰ ਸ਼ੁਕਰਗੁਜ਼ਾਰੀ ਦੀ ਭੇਂਟ ਚੜਾਉਣ ਦੇ ਲਈ ਆਏ ਆ ਕਿ ਉਹਨੇ ਕਿੰਨੀਆਂ ਸਾਨੂੰ ਬਰਕਤਾਂ ਦਿੱਤੀਆਂ, ਉਹਨਾਂ ਨੂੰ ਯਾਦ ਕਰਨਾ। ਹਾਲੇਲੂਇਆ। ਅਗਰ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਗਵਾਹੀ ਨਹੀਂ ਆ, ਇਟ ਮੀਨਸ ਤੁਹਾਡਾ ਧਿਆਨ ਨਹੀਂ ਆ ਪ੍ਰਭੂ ਦੇ ਪਿਆਰ ਦੇ ਉੱਪਰ, ਪ੍ਰਭੂ ਦੇ ਵਚਨ ਦੇ ਉੱਪਰ। ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਟੈਸਟਮਨੀ ਆ, ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਦੁਆਰਾ ਕੀਤਾ ਚਮਤਕਾਰ ਆ, ਬਸ ਤੁਹਾਡਾ ਧਿਆਨ ਨਹੀਂ ਆ, ਸਿਰਫ ਪਰਮੇਸ਼ਵਰ ਦਾ ਧਿਆਨ ਆ, ਕਿਉਂਕਿ ਪਰਮੇਸ਼ਵਰ ਨੇ ਬਰਕਤ ਦਿੱਤੀ ਆ ਔਰ ਤੁਸੀਂ ਬਰਕਤ ਲੈ ਕੇ ਭੁੱਲ ਗਏ ਆ।
ਅਗਰ ਤੁਹਾਨੂੰ ਤੁਹਾਡੀ ਟੈਸਟੀਮਨੀ ਨਹੀਂ, ਜਾਂ ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਤੁਹਾਡੀ ਜ਼ਿੰਦਗੀ 'ਚ ਪਰਮੇਸ਼ਵਰ ਨੇ ਕੀ ਗਵਾਹੀ ਪੈਦਾ ਕੀਤੀ ਆ, ਤੇ ਇਹਦਾ ਮਤਲਬ ਫਿਰ ਤੁਸੀਂ ਵਚਨ ਦੇ ਉੱਪਰ ਵੀ ਅਧਿਐਨ ਨਹੀਂ ਕਰ ਸਕਦੇ, ਵਚਨ ਦੇ ਉੱਪਰ ਤੁਸੀਂ ਮਨਨ ਨਹੀਂ ਕਰ ਸਕਦੇ। ਬੀਜ ਹਮੇਸ਼ਾ ਸਾਈਡ ਤੇ ਗਿਰਦਾ ਰਹੇਗਾ, ਤੁਹਾਡੇ ਦਿਲ ਦੀ ਜ਼ਮੀਨ ਦੇ ਸਾਈਡ ਤੇ ਗਿਰਦਾ ਜਾਏਗਾ, ਉਹ ਕਦੀ ਫਲਵੰਤ ਨਹੀਂ ਹੋਏਗਾ। ਮੇਰੀ ਗੱਲ ਨੂੰ ਯਾਦ ਰੱਖਣਾ। ਔਰ ਅੱਜ ਤੋਂ ਬਾਅਦ ਵਚਨ ਦੇ ਉੱਪਰ ਅਧਿਐਨ ਕਰੋ, ਵਚਨ ਦੇ ਉੱਪਰ ਮੈਡੀਟੇਸ਼ਨ ਕਰੋ, ਧਿਆਨ ਦਿਓ, ਗੌਰ ਕਰੋ ਕਿ ਮੈਂ ਕੀ ਪੜ੍ਹਿਆ ਸੀਗਾ। ਮੈਂ 2 ਦਿਨ ਪਹਿਲਾਂ ਰੂਟੀਨ ਦੀ ਬਾਈਬਲ 'ਚ ਕਿਹੜਾ ਅਧਿਆਇ ਪੜ੍ਹਿਆ ਸੀ, ਕਿਹਦੇ ਬਾਰੇ ਪੜ੍ਹਿਆ ਸੀਗਾ, ਔਰ ਕੱਲ ਮੈਂ ਕਿਹਦੇ ਬਾਰੇ ਪੜ੍ਹਿਆ ਸੀਗਾ, ਕੀ ਪੜ੍ਹਿਆ ਸੀਗਾ, ਕੱਲ ਮੈਂ ਕਿੰਨੇ ਚੈਪਟਰ ਪੜ੍ਹੇ ਸੀਗੇ, ਔਰ ਅੱਜ ਮੈਂ ਕੀ ਪੜ੍ਹਿਆ ਆ ਔਰ ਕੀ ਮੈਂ ਪੜ੍ਹਨਾ ਆ। ਅਗਰ ਤੁਸੀਂ ਇਸ ਰੀਤੀ ਦੇ ਨਾਲ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰੋਗੇ, ਸੰਡੇ ਮੈਂ ਕੀ ਸੁਣਿਆ ਸੀਗਾ, ਥਰਸਡੇ ਮੈਂ ਕੀ ਸੁਣਿਆ ਸੀਗਾ ਵਚਨ, ਤੇ ਤੁਸੀਂ ਕਦੀ ਫੇਲ ਨਹੀਂ ਹੋ ਸਕਦੇ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਮੈਂ ਸਟੱਡੀ ਬੇਸ ਤੇ ਨਹੀਂ ਗੱਲ ਕਰਦਾ, ਮੈਂ ਤੁਹਾਡੀ ਸਪਿਰਿਚੁਅਲਿਟੀ ਦੀ ਲਾਈਫ ਦੇ ਉੱਪਰ ਗੱਲ ਕਰਦਾ। ਸਪਿਰਿਚੁਅਲ ਲਾਈਫ ਜਿਹੜੀ ਆ, ਤੁਸੀਂ ਉਹਦੇ ਵਿੱਚ ਕਦੀ ਗੁੰਮਰਾਹ ਨਹੀਂ ਹੋਵੋਗੇ, ਤੁਸੀਂ ਕਦੀ ਵੀ ਗਿਰੋਗੇ ਨਹੀਂ, ਕਦੀ ਵੀ ਸ਼ੈਤਾਨ ਤੁਹਾਡੀ ਜ਼ਿੰਦਗੀ ਦੇ ਉੱਪਰ ਹੱਲਾ ਨਹੀਂ ਬੋਲੇਗਾ, ਕਦੀ ਵੀ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਆ ਕਿ ਜਦੋਂ ਕਾਇਨ ਤੇ ਹਾਬਲ ਦੇ ਵਿੱਚ ਜਦੋਂ ਭੇਂਟ ਚੜਾਉਣ ਦੀ ਵਾਰੀ ਆਂਦੀ ਆ, ਖੁਦਾ ਨੂੰ ਪਸੰਦ ਆਉਂਦੀ ਆ ਹਾਬਲ ਦੀ ਭੇਂਟ, ਕਾਇਨ ਦੀ ਨਹੀਂ ਆਉਂਦੀ ਆ, ਤੇ ਕਾਇਨ ਜਿਹੜਾ ਆ ਅੱਗ ਬਬੂਲਾ ਹੋ ਜਾਂਦਾ ਆ। ਤੇ ਖੁਦਾ ਫਿਰ ਉਹਨੂੰ ਕੀ ਕਹਿੰਦੇ ਆ, ਕਹਿੰਦੇ ਕਿ ਸ਼ੈਤਾਨ ਨੂੰ ਮੌਕਾ ਨਾ ਦੇ, ਉਹ ਬੂਹੇ ਦੇ ਉੱਪਰ ਹੀ ਖੜਾ ਆ, ਉਹ ਬੂਹੇ ਤੇ ਖੜਾ ਆ। ਕਹਿੰਦੇ ਤੇਰਾ ਮੂੰਹ ਥੱਲੇ ਕਿਉਂ ਆ, ਤੇਰਾ ਮੂੰਹ ਉਦਾਸ ਕਿਉਂ ਆ, ਤੇਰਾ ਮੂੰਹ ਨਿਰਾਸ਼ ਕਿਉਂ ਆ। ਸ਼ੈਤਾਨ ਨੂੰ ਕਹਿੰਦੇ ਥਾਂ ਦੇਂਗਾ, ਵੈਰੀ ਨੂੰ ਥਾਂ ਦੇਂਗਾ, ਦੁੱਖ ਨੂੰ ਟਾਈਮ ਦੇਂਗਾ, ਪਰੇਸ਼ਾਨੀਆਂ ਨੂੰ ਸਮੇਂ ਦੇਂਗਾ, ਤੇ ਉਹ ਤੇਰੇ ਉੱਪਰ ਹੈਵੀ ਹੋ ਜਾਣਗੀਆਂ। ਹਾਲੇਲੂਇਆ। ਕਹਿੰਦੇ ਪਾਪ ਸ਼ਹਿ ਦੇ ਵਿੱਚ ਬੈਠਾ ਹੋਇਆ, ਦਰਵਾਜ਼ੇ ਦੇ ਵਿੱਚ ਹੀ ਬੈਠਾ ਪਿਆ, ਬਸ ਤੁਸੀਂ ਮੌਕਾ ਦਿਓ ਤੇ ਉਹ ਤੁਹਾਨੂੰ ਪਾੜ ਖਾਏਗਾ, ਤੁਹਾਡੀ ਜ਼ਿੰਦਗੀ ਨੂੰ ਡਿਸਟਰਬ ਕਰ ਦੇਗਾ। ਹਾਲੇਲੂਇਆ। ਬੀਜ ਆ ਖੁਦਾਵੰਦ ਦਾ ਵਚਨ, ਖੁਦਾਵੰਦ ਦੇ ਸ਼ਬਦ, ਖੁਦਾਵੰਦ ਦਾ ਦਿਲ, ਖੁਦਾਵੰਦ ਦਾ ਨੇਚਰ, ਖੁਦਾਵੰਦ ਦੀਆਂ ਆਦਤਾਂ, ਖੁਦਾਵੰਦ ਦਾ ਪਿਆਰ, ਖੁਦਾਵੰਦ ਦਾ ਵਚਨ ਆ, ਵਚਨ ਦਾ ਬੀਜ ਆ। ਇਹਨੂੰ ਅਗਰ ਤੁਸੀਂ ਸਹੀ ਰੀਤੀ ਨਾਲ ਗ੍ਰਹਿਣ ਕਰਦੇ ਪਏ ਆ, ਤੇ ਇਟ ਮੀਨਸ ਤੁਸੀਂ ਖੁਦਾ ਨਾਲ ਪਿਆਰ ਕਰਦੇ ਆ। ਯਿਸੂ ਮਸੀਹ ਨੇ ਕੀ ਕਿਹਾ, ਕਹਿੰਦੇ ਜੋ ਮੈਨੂੰ ਪਿਆਰ ਕਰਦਾ ਮੇਰੇ ਵਚਨਾਂ ਦੇ ਅਨੁਸਾਰ ਚੱਲਦਾ, ਬੋਲੋ ਆਮੀਨ, ਹਾਲੇਲੂਇਆ। ਮੇਰੇ ਵਚਨਾਂ ਨੂੰ ਪੂਰਾ ਕਰਦਾ, ਉਹ ਮੇਰਾ ਚੇਲਾ ਆ। ਕੱਲਾ ਸੁਣਨ ਵਾਲਾ ਨਹੀਂ, ਕੱਲਾ ਪੜਨ ਵਾਲਾ ਨਹੀਂ, ਜਿਹੜਾ ਉਹਦੇ ਅਨੁਸਾਰ ਚੱਲਦਾ ਆ, ਉਹ ਕਹਿੰਦੇ ਮੇਰਾ ਚੇਲਾ ਆ। ਹਾਲੇਲੂਇਆ। ਤੇ ਵਚਨ ਦੇ ਅਨੁਸਾਰ ਕਿੱਦਾਂ ਚੱਲਾਂਗੇ, ਜਦੋਂ ਵਚਨ ਦੇ ਉੱਪਰ ਮੈਡੀਟੇਸ਼ਨ ਕਰਾਂਗੇ, ਧਿਆਨ ਦੇਵਾਂਗੇ, ਜਦੋਂ ਤੁਹਾਨੂੰ ਪਤਾ ਹੋਏਗਾ ਵਚਨ ਨੂੰ ਪੜ੍ਹਿਆ ਕੀ ਹੈ, ਜਦੋਂ ਬੈਡ ਸਿਚੁਏਸ਼ਨ ਦੇ ਵਿੱਚ ਵੀ ਤੁਹਾਨੂੰ ਪਤਾ ਹੋਏਗਾ ਕਿ ਇੱਥੇ ਮੈਨੂੰ ਬਾਈਬਲ ਕੀ ਕਹਿੰਦਾ ਪਿਆ, ਇਸ ਸਿਚੁਏਸ਼ਨ ਦੇ ਖੁਸ਼ੀ ਦੀ ਸਿਚੁਏਸ਼ਨ 'ਚ ਬਾਈਬਲ ਮੈਨੂੰ ਕੀ ਕਹਿੰਦਾ, ਵਿਆਹ ਸ਼ਾਦੀ ਤੇ ਉੱਤੇ ਜਾ ਰਹੇ ਹਾਂ, ਉੱਥੇ ਮੈਨੂੰ ਬਾਈਬਲ ਕੀ ਕਹਿੰਦਾ, ਉੱਥੇ ਖੁਦਾ ਦਾ ਵਚਨ ਮੈਨੂੰ ਕੀ ਕਹਿੰਦਾ। ਹਾਲੇਲੂਇਆ। ਅਗਰ ਕਿਸੇ ਹੋਰ ਧਾਰਮਿਕ ਸਥਾਨ ਤੇ ਜਾ ਰਹੇ, ਤੁਹਾਨੂੰ ਪਤਾ ਹੋਣਾ ਚਾਹੀਦਾ ਉੱਥੇ ਜਾਣ ਦੇ ਲਈ ਮੈਨੂੰ ਖੁਦਾ ਦਾ ਵਚਨ ਕੀ ਕਹਿੰਦਾ, ਜਾਣ ਦੇ ਲਈ ਕਹਿੰਦਾ ਵੀ ਹੈਗਾ ਆ ਕਿ ਨਹੀਂ ਕਹਿੰਦਾ। ਧੂਫਿਆ ਹੋਇਆ ਪ੍ਰਸ਼ਾਦ ਖਾਣ ਦੇ ਲਈ ਬਾਈਬਲ ਦੇ ਵਿੱਚ ਮੈਨੂੰ ਵਚਨ ਖੁਦਾ ਦਾ ਕੀ ਕਹਿੰਦਾ, ਖਾਣ ਦੇ ਲਈ ਕਹਿੰਦਾ ਕਿ ਨਹੀਂ ਕਹਿੰਦਾ। ਪ੍ਰਾਰਥਨਾ ਦੇ ਵਿੱਚ ਬੈਠਦੇ ਆ, ਮਰਦਾਂ ਨੂੰ ਔਰ ਔਰਤਾਂ ਨੂੰ ਖੁਦਾਵੰਦ ਦਾ ਵਚਨ ਕੀ ਕਹਿੰਦਾ, ਸਿਰ ਢੱਕਣ ਦੇ ਲਈ ਕਹਿੰਦਾ ਜਾਂ ਨਹੀਂ ਕਹਿੰਦਾ, ਤੁਹਾਨੂੰ ਬਾਈਬਲ ਦੇ ਵਿੱਚੋਂ ਪਤਾ ਲੱਗਣਾ ਜਦੋਂ ਤੁਸੀਂ ਇਹਦੇ ਉੱਪਰ ਧਿਆਨ ਦਿਓਗੇ। ਹਾਲੇਲੂਇਆ। ਅਗਰ ਤੁਸੀਂ ਇਹਦੇ ਉੱਪਰ ਧਿਆਨ ਨਹੀਂ ਦੋਗੇ, ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਣਾ। ਇਸੇ ਲਈ ਬਾਈਬਲ ਕਹਿੰਦਾ ਬਿਨਾਂ ਗਿਆਨ ਤੋਂ ਮੇਰੇ ਲੋਕ ਜਿਹੜੇ ਨਾਸ਼ ਹੋ ਰਹੇ। ਜਿਸ ਅਧੀਨਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਵਚਨ ਦੇ ਅਨੁਸਾਰ ਆ ਸਕਦੀ, ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਵਚਨ ਦਾ ਬੀਜ ਗਿਰ ਨਹੀਂ ਨਾ ਰਿਹਾ, ਜਮਾ ਨਹੀਂ ਹੋ ਰਿਹਾ, ਤੇ ਤੁਹਾਡੀ ਜ਼ਿੰਦਗੀ 'ਚ ਅਧੀਨਗੀ ਆ ਨਹੀਂ ਸਕਦੀ। ਅਧੀਨ ਹੋਣਾ ਮਤਲਬ ਯਿਸੂ ਮਸੀਹ ਨੂੰ ਪਹਿਨ ਲੈਣਾ। ਯਿਸੂ ਮਸੀਹ ਨੇ ਕਿੰਨੀ ਅਧੀਨਗੀ ਕੀਤੀ, ਕੋਈ ਗਲਤੀ ਸੀਗੀ ਯਿਸੂ ਮਸੀਹ ਦੀ? ਦਾੜੀ ਵੀ ਪਟਵਾ ਲਈ, ਹੱਥਾਂ ਪੈਰਾਂ 'ਚ ਕਿੱਲ ਵੀ ਠਕਵਾ ਲਏ, ਚਪੇੜਾਂ ਵੀ ਖਾ ਲੀਆਂ, ਕੰਡਿਆਂ ਦਾ ਤਾਜ ਵੀ ਪਾ ਲਿਆ, ਕੀ ਗਲਤੀ ਸੀਗੀ ਖੁਦਾਵੰਦ ਦੀ? ਕੁਛ ਨਹੀਂ, ਬਸ ਉਹਨੇ ਅਧੀਨਗੀ ਨੂੰ ਜ਼ਾਹਿਰ ਕੀਤਾ। ਉਹਨੇ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਨ ਦੇ ਵਿੱਚ ਆਪਣੇ ਆਪ ਨੂੰ ਜ਼ੀਰੋ ਕਰ ਦਿੱਤਾ। ਔਰ ਅੱਜ ਦੇ ਲੋਕ ਕੀ ਆ, ਅੱਜ ਦੇ ਲੋਕਾਂ 'ਚ ਅਧੀਨਗੀ ਹੈਗੀ ਹੈ। ਕੋਈ ਇੱਕ ਗੱਲ ਕਰਕੇ ਤਾਂ ਦੇਖੇ, ਉੱਥੇ ਮਸੀਹਤ ਸਾਰੀ ਨਿਕਲ ਜਾਂਦੀ, ਉਹਨਾਂ ਦੀ ਪਤਾ ਲੱਗ ਜਾਂਦਾ ਕਿ ਇਹ ਲੋਕ ਪਖੰਡੀ ਆ ਜਾਂ ਰੀਅਲ ਕ੍ਰਿਸਚਨ ਆ। ਹਾਲੇਲੂਇਆ। ਤੁਸੀਂ ਦੂਜੀ ਗੱਲ ਕਿੱਦਾਂ ਅੱਗੇ ਕਰ ਸਕਦੇ ਆ? ਅਗਰ ਵਚਨ ਸੈਂਟਰ ਦੇ ਵਿੱਚ ਗਿਰ ਰਿਹਾ ਤੇ ਤੁਸੀਂ ਦੂਸਰੀ ਗੱਲ ਅੱਗੇ ਕਰੋਗੇ। ਅਗਰ ਵਚਨ ਸਾਈਡ ਤੇ ਗਿਰ ਰਿਹਾ, ਪਹੇ ਦੇ ਵੱਲ ਗਿਰਦਾ ਪਿਆ ਆ, ਤੇ ਤੁਸੀਂ ਕਦੀ ਵੀ ਦੂਸਰੀ ਗੱਲ ਅੱਗੇ ਨਹੀਂ ਕਰੋਗੇ, ਕਿਉਂਕਿ ਬਾਈਬਲ ਕੀ ਕਹਿੰਦਾ, ਜੋ ਮਨੁੱਖ ਦੇ ਅੰਦਰ ਆ ਉਹੀ ਬਾਹਰ ਆਣਾ। ਕਿਹੜੇ ਬੀਜ ਅੰਦਰ ਗਏ ਹੋਏ ਆ, ਉਹੀ ਬਾਹਰ ਆਣੇ। ਖੁਦਾਵੰਦ ਦਾ ਵਚਨ ਅਗਰ ਅੰਦਰ ਗਿਆ, ਵਚਨ ਦਾ ਬੀਜ ਸੈਂਟਰ 'ਚ ਗਿਰਿਆ ਆ, ਤੇ ਉਹੀ ਬਾਹਰ ਆਣਾ। ਉਹਨੇ ਤੁਹਾਨੂੰ ਦੂਜੀ ਗੱਲ ਅੱਗੇ ਕਰਨ ਨੂੰ ਕਹਿ ਦੇਣਾ, ਔਰ ਤੁਹਾਨੂੰ ਇਹ ਸਿੱਖਿਆ ਮਿਲਣੀ ਆ, ਇਹ ਤੁਹਾਨੂੰ ਪਵਿੱਤਰ ਆਤਮਾ ਨੇ ਗਾਈਡ ਕਰਨਾ ਕਿ ਇਸ ਥਾਂ ਦੇ ਉੱਪਰ ਤੈਨੂੰ ਅਧੀਨਗੀ ਦੀ ਜ਼ਰੂਰਤ ਆ।
ਭੈਣ ਭਰਾ, ਤੈਨੂੰ ਇਸ ਥਾਂ ਦੇ ਉੱਪਰ ਅਧੀਨਗੀ ਦੀ ਜ਼ਰੂਰਤ ਹੈ। ਇੱਥੇ ਤੈਨੂੰ ਆਕੜਨ ਦੀ ਜ਼ਰੂਰਤ ਨਹੀਂ ਹੈ। ਇੱਥੇ ਤੈਨੂੰ ਪਲਟ ਕੇ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ। ਇੱਥੇ ਤੈਨੂੰ ਮਾਫ ਕਰਨ ਦੀ ਜ਼ਰੂਰਤ ਹੈ। ਜੇ ਯਿਸੂ ਮਸੀਹ ਨੇ ਮਾਫ ਕੀਤਾ, ਉਹਨੇ ਕਲਵਰੀ ਕਰੂਸ ਤੇ ਚੜ੍ਹ ਕੇ ਵੀ ਕਿਹਾ, ਹੈ ਪਿਤਾ ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰਦੇ ਪਿਆ। ਕਿ ਤੁਸੀਂ ਮਾਫ ਨਹੀਂ ਕਰ ਸਕਦੇ? ਤੁਸੀਂ ਇਹ ਸ਼ਬਦ ਨਹੀਂ ਬੋਲ ਸਕਦੇ? ਕਿਉਂਕਿ ਉਹਦਾ ਵਚਨ, ਖੁਦਾ ਨੇ ਜਿਹੜੀਆਂ ਗੱਲਾਂ ਬੋਲੀਆਂ ਨਾ, ਬਸ ਉਹ ਬੀਜ ਆ ਤੁਹਾਡੇ ਅੰਦਰ ਜਦੋਂ ਆਣਾ, ਉਹਦੀ ਤਦਾਰ ਵਧਣੀ ਆ। ਜੇ ਖੁਦਾ ਨੇ ਮਾਫ ਕੀਤਾ ਨਾ, ਤੇ ਮਾਫ ਕਰਨ ਵਾਲਾ ਬੀਜ ਅਗਰ ਤੁਹਾਡੇ ਦਿਲ ਦੀ ਸੈਂਟਰ ਦੇ ਵਿੱਚ ਗਿਰ ਰਿਹਾ ਆ, ਤੇ ਇਟ ਮੀਨਸ ਤੁਹਾਡੇ ਅੰਦਰ ਵੀ ਮਾਫ ਕਰਨ ਵਾਲਾ ਸਪਿਰਿਟ ਹੋਣਾ ਆ। ਮਾਫ ਕਰਨ ਦਾ ਵਚਨ ਜਿਹੜਾ ਪੈਦਾ ਹੋਣਾ ਆ, ਉਹਦੀ ਤਦਾਰ ਵਧਣੀ ਆ। ਬੋਲੋ ਹਾਲੇਲੂਇਆ। ਤਾਂ ਖੁਦਾ ਦਾ ਰਾਜ ਵਧਣਾ ਆ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਇਹ ਵਚਨ ਆ ਖੁਦਾ ਬੰਦੇ, ਖੁਦਾ ਨੇ ਕਲਾਮ ਨੂੰ ਸੁਣਾਇਆ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਾ ਕੇ, ਲੋਕਾਂ ਨੂੰ ਚੰਗਾ ਕੀਤਾ, ਲੋਕਾਂ ਨੂੰ ਡਿਲੀਵਰ ਕੀਤਾ, ਲੋਕਾਂ ਨੂੰ ਫਰੀ ਕੀਤਾ ਹੈ। ਕਿਸੇ ਦੇ ਵੱਲ ਦੇਖ ਕੇ ਨਹੀਂ, ਕਿਸੇ ਦੀ ਨਿੰਦਿਆ ਨਾ ਕਰੋ, ਕਿਸੇ ਦੀ ਬੁਰਾਈ ਨਾ ਕਰੋ, ਕਿਸੇ ਦੇ ਜੀਵਨ ਦੇ ਵੱਲ ਦੇਖੋ ਨਾ, ਔਰ ਆਪਣੀ ਜ਼ਿੰਦਗੀ ਦੇ ਨਾਲ ਉਹਨੂੰ ਤਾਲਮੇਲ ਨਾ ਕਰੋ। ਤੁਹਾਡਾ ਸਪਿਰਿਟ ਤੁਹਾਡੇ ਨਾਲ ਆ, ਉਹਨਾਂ ਦਾ ਸਪਿਰਿਟ ਉਹਦੇ ਨਾਲ ਆ। ਤੁਹਾਡੀ ਬੁਲਾਹਟ ਤੁਹਾਡੇ ਨਾਲ ਆ, ਉਹਦੀ ਬੁਲਾਹਟ ਉਹਦੇ ਨਾਲ ਆ। ਕਿਸੇ ਨੂੰ ਕਾਪੀ ਨਾ ਕਰੋ। ਜੋ ਤੁਹਾਡੇ ਅੰਦਰ ਆ ਉਹਨੂੰ ਮਿਹਨਤ ਕਰਕੇ ਉਜਾਗਰ ਕਰੋ, ਬਾਹਰ ਲੈ ਕੇ ਆਓ ਜੋ ਤੁਹਾਡੇ ਅੰਦਰ ਖੁਦਾਵੰ ਨੇ ਦਿੱਤਾ ਹੈ ਤੁਹਾਨੂੰ। ਹਾਲੇਲੂਇਆ। ਬੁਲਾਹਟ ਉਦੋਂ ਹੀ ਤੁਹਾਡੀ ਜ਼ਿੰਦਗੀ ਦੇ ਉੱਪਰ ਪ੍ਰਗਟ ਹੋਣੀ ਆ ਜਦੋਂ ਵਚਨ ਤੁਹਾਡੇ ਦਿਲ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗਣਾ ਹੈ। ਬੋਲੋ ਆਮੀਨ। ਹਾਲੇਲੂਇਆ। ਤਦ ਤੱਕ ਤੁਹਾਨੂੰ ਨਹੀਂ ਪਤਾ ਲੱਗੇਗਾ। ਹੁਣ ਜਿਸ ਬੰਦੇ ਨੂੰ ਵਚਨ ਦਾ ਗਿਆਨ ਨਹੀਂ ਆ, ਪਵਿੱਤਰ ਆਤਮਾ ਉਹਨੂੰ ਕਿੱਦਾਂ ਗਾਈਡ ਕਰੇਗਾ? ਬਾਈਬਲ ਕਹਿੰਦਾ ਜਦੋਂ ਤੁਹਾਨੂੰ ਲੋਕ ਕਚਹਿਰੀਆਂ 'ਚ ਵੀ ਲੈ ਜਾਣਗੇ, ਮਜਲਿਸਾਂ ਦੇ ਹਵਾਲੇ ਕਰ ਦੇਣਗੇ, ਤੇ ਤੁਸੀਂ ਉੱਥੇ ਚਿੰਤਾ ਨਹੀਂ ਕਰਨੀ ਕਿ ਮੈਂ ਕੀ ਬੋਲਣਾ ਹੈ। ਕਹਿੰਦੇ ਉਸੇ ਘੜੀ ਪਵਿੱਤਰ ਆਤਮਾ ਤੁਹਾਨੂੰ ਦੱਸੇਗਾ ਕਿ ਤੁਸੀਂ ਕੀ ਬੋਲਣਾ ਹੈ। ਹਾਲੇਲੂਇਆ। ਉਦੋਂ ਵਚਨ ਦੇ ਵਿੱਚੋਂ ਹੀ ਦੱਸੇਗਾ ਤੁਹਾਨੂੰ, ਵਚਨ ਤੋਂ ਬਾਹਰ ਨਹੀਂ ਜਾਣਾ ਪਵਿੱਤਰ ਆਤਮਾ ਨੇ। ਹਾਲੇਲੂਇਆ। ਤੁਹਾਨੂੰ ਵਚਨ ਦੇ ਵਿੱਚੋਂ ਹੀ ਦੱਸੇਗਾ ਕਿ ਤੁਸੀਂ ਕੀ ਬੋਲਣਾ ਆ। ਔਰ ਜਿਸ ਬੰਦੇ ਨੂੰ ਵਚਨ ਦਾ ਪਤਾ ਹੀ ਨਹੀਂ ਆ, ਉਹਨੂੰ ਫਿਰ ਕਿੱਦਾਂ ਪਤਾ ਲੱਗੇਗਾ ਕੀ ਬੋਲੇਗਾ? ਕਿੱਦਾਂ ਪਵਿੱਤਰ ਆਤਮਾ ਉਹਦੇ ਤੇ ਜ਼ਾਹਿਰ ਕਰੇਗਾ? ਸਭ ਤੋਂ ਪਹਿਲੀ ਗੱਲ, ਜਿਸ ਬੰਦੇ ਨੂੰ ਵਚਨ ਦਾ ਗਿਆਨ ਨਹੀਂ, ਉਹਦੇ ਅੰਦਰ ਪਵਿੱਤਰ ਆਤਮਾ ਆ ਨਹੀਂ ਸਕਦਾ। ਯਾਦ ਰੱਖਣਾ। ਜਿਸ ਬੰਦੇ ਨੂੰ ਵਚਨ ਯਾਦ ਹੀ ਨਹੀਂ ਰਹਿੰਦਾ, ਜਾਂ ਉਹ ਮੈਡੀਟੇਸ਼ਨ ਨਹੀਂ ਕਰਦਾ, ਵਚਨ ਦੇ ਉੱਪਰ ਧਿਆਨ ਨਹੀਂ ਦਿੰਦਾ, ਜਾਂ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕਰਦਾ, ਵਚਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਨਹੀਂ ਕਰਦਾ, ਉਸ ਜ਼ਿੰਦਗੀ 'ਚ ਪਵਿੱਤਰ ਆਤਮਾ ਆ ਨਹੀਂ ਸਕਦਾ। ਹਾਲੇਲੂਇਆ। ਬਾਈਬਲ ਕਹਿੰਦਾ ਪਵਿੱਤਰ ਆਤਮਾ ਸਾਡਾ ਮਦਦਗਾਰ ਆ। ਉਸ ਬੰਦੇ ਦਾ, ਉਸ ਭੈਣ ਦਾ, ਭਰਾ ਦਾ ਪਵਿੱਤਰ ਆਤਮਾ ਮਦਦਗਾਰ ਬਣ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਵਚਨ ਦਾ ਬੀਜ ਜਿਹੜਾ ਆ ਸਾਈਡ ਤੇ ਗਿਰਦਾ ਪਿਆ। ਇਸੇ ਲਈ ਉਹ ਬੰਦਾ ਕਾਰਨਰ ਦੇ ਵਿੱਚ ਬੈਠਾ ਸੀਗਾ, ਔਰ ਉਹਦਾ ਹੱਥ ਸੁੱਕਾ ਹੋਇਆ ਸੀਗਾ। ਸੁੱਕਾ ਮਤਲਬ ਯੂਜ਼ਲੈਸ ਸੀਗਾ, ਯੂਜ਼ ਨਹੀਂ ਕਰ ਸਕਦਾ ਸੀਗਾ, ਜਿਹਨੂੰ ਕਹਿੰਦੀ ਆਪਾਂ ਸੋਕੜੇ ਦਾ ਮਾਰਿਆ ਹੋਇਆ। ਔਰ ਬਾਈਬਲ ਕਹਿੰਦਾ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਕਿਹਾ, ਕਹਿੰਦੇ ਤੂੰ ਇੱਧਰ ਆ। ਉਹਨੂੰ ਬੁਲਾਇਆ ਸੈਂਟਰ ਦੇ ਵਿੱਚ, ਜਦੋਂ ਆਇਆ, ਵਿਚਕਾਰ ਆਇਆ, ਤੇ ਫਿਰ ਯਿਸੂ ਮਸੀਹ ਨੇ ਕਿਹਾ ਤੂੰ ਚੰਗਾ ਹੋਣਾ ਚਾਹੁੰਦਾ? ਕਹਿੰਦੇ ਹਾਂ। ਪ੍ਰਭੂ ਨੇ ਉਹਦੇ ਦੁਆ ਕੀਤੀ ਤੇ ਉਹਦਾ ਹੱਥ ਜਿਹੜਾ ਦੂਸਰੇ ਹੱਥ ਦੀ ਤਰ੍ਹਾਂ ਨਾਰਮਲ ਹੋ ਗਿਆ, ਉਹ ਚੰਗਾ ਹੋ ਗਿਆ। ਵਚਨ ਦਾ ਬੀਜ ਵੀ ਜਦੋਂ ਸੈਂਟਰ ਦੇ ਵਿੱਚ ਗਿਰਦਾ ਨਾ ਤੁਹਾਡੇ ਦਿਲ ਦੀ ਜ਼ਮੀਨ ਦੇ ਉੱਤੇ, ਉਹ ਵਰਕ ਕਰੇਗਾ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ। ਹਾਲੇਲੂਇਆ। ਬਸ ਮੈਂ ਤੁਹਾਨੂੰ ਇਹੀ ਧਿਆਨ ਦਿਵਾਉਣਾ ਚਾਹੁੰਦਾ ਹਾਂ ਕਿ ਵਚਨ ਦੀ ਵੈਲਿਊ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਕਣਕ ਦਾ ਬੀਜ ਅਗਰ ਜ਼ਮੀਨ 'ਚ ਗਿਰਦਾ ਤੇ ਉਹ ਜਦੋਂ ਵੱਧਦਾ ਆ ਤੇ ਉਹ ਫਿਰ ਕਣਕ ਦੀ ਤਦਾਰ ਨੂੰ ਵਧਾਉਂਦਾ। ਇਹ ਵਚਨ ਦਾ ਬੀਜ ਆ, ਇਹ ਪਰਮੇਸ਼ਰ ਦੇ ਰਾਜ ਨੂੰ ਵਧਾਉਂਦਾ। ਇਸੇ ਲਈ ਸ਼ੈਤਾਨ ਇਹਨੂੰ ਸਹੀ ਜਗ੍ਹਾ ਦੇ ਉੱਪਰ ਡਿੱਗਣ ਨਹੀਂ ਦਿੰਦਾ, ਸਹੀ ਜਗ੍ਹਾ ਦੇ ਉੱਪਰ ਇਹਨੂੰ ਬੈਠਣ ਨਹੀਂ ਦਿੰਦਾ, ਕਿਉਂਕਿ ਸ਼ੈਤਾਨ ਨੂੰ ਪਤਾ ਕਿ ਜੇ ਸਹੀ ਜਗ੍ਹਾ ਦੇ ਉੱਪਰ ਗਿਰਿਆ ਨਾ, ਚੰਗੀ ਜ਼ਮੀਨ ਦੇ ਉੱਪਰ, ਤੇ ਪਰਮੇਸ਼ਰ ਦੇ ਰਾਜ ਦੇ ਵਿੱਚ ਵਾਧਾ ਹੋਣਾ। ਇਸੇ ਲਈ ਸ਼ੈਤਾਨ ਇਹਨੂੰ ਸਾਈਡ ਦੇ ਉੱਤੇ ਗਿਰਨ ਦਿੰਦਾ। ਮਤਲਬ ਤੁਹਾਡਾ ਧਿਆਨ ਜਿਹੜਾ ਆ ਭਟਕਾਉਂਦਾ ਹੈ, ਵਚਨ ਨੂੰ ਤੁਹਾਨੂੰ ਸਮਝਣ ਦੇ ਵਿੱਚ ਦਿੱਕਤ ਕਰਦਾ ਹੈ। ਵਚਨ ਦੇ ਸਮੇਂ ਤੁਹਾਨੂੰ ਨੀਂਦ ਆਉਂਦੀ ਆ, ਵਚਨ ਦੇ ਸਮੇਂ 'ਤੇ ਤੁਹਾਡਾ ਧਿਆਨ ਖਰਾਬ ਹੁੰਦਾ, ਵਚਨ ਦੇ ਸਮੇਂ ਦੇ ਉੱਪਰ ਤੁਹਾਨੂੰ ਪਰੇਸ਼ਾਨੀਆਂ ਜਾਂ ਤੁਹਾਨੂੰ ਆਪਣੇ ਹਾਲਾਤ ਯਾਦ ਆਉਂਦੇ, ਕੁਝ ਵੀ ਆਉਂਦਾ ਆ। ਇਹੀ ਕਾਰਨ ਆ। ਸ਼ੈਤਾਨ ਨੂੰ ਪਤਾ ਕਿ ਇਹ ਵਚਨ ਦਾ ਬੀਜ ਅਗਰ ਉਸ ਜ਼ਿੰਦਗੀ 'ਚ ਚਲਾ ਗਿਆ, ਸਹੀ ਜ਼ਮੀਨ ਤੇ ਜਾ ਕੇ ਡਿੱਗ ਗਿਆ, ਤੇ ਪਰਮੇਸ਼ਰ ਦੇ ਰਾਜ ਦੀ ਤਦਾਰ ਵੱਧ ਜਾਣੀ ਆ। ਬੋਲੋ ਆਮੀਨ। ਹਾਲੇਲੂਇਆ। ਪਰਮੇਸ਼ਰ ਦੇ ਰਾਜ ਦੇ ਵਿੱਚ ਵਾਧਾ ਹੋ ਜਾਣਾ ਹੈ। ਔਰ ਅੱਗੇ ਲਿਖਿਆ, ਸੁਣੋ ਬੜੇ ਧਿਆਨ ਦੇ ਨਾਲ, ਕਹਿੰਦੇ ਐਉਂ ਹੋਇਆ ਕਿ ਜਾਂ ਉਹਦੇ ਬੀਜ ਦੀਆਂ ਕੁਝ ਪਹੇ ਦੇ ਵੱਲ ਗਿਰ ਪਿਆ ਅਤੇ ਪੰਛੀ ਜਿਹੜੇ ਆ ਆਣ ਕੇ ਉਹਨੂੰ ਚੁੱਗ ਗਏ। ਮਤਲਬ ਖਤਮ ਹੀ ਹੋ ਗਿਆ ਨਾ ਵਚਨ ਜਿਹੜਾ ਤੁਹਾਡੇ ਲਈ ਭੇਜਿਆ ਗਿਆ ਸੀ, ਉਹ ਆਸ਼ੀਸ਼ ਜਿਹੜੀ ਤੁਹਾਡੇ ਲਈ ਭੇਜੀ ਗਈ ਸੀ। ਵਚਨ ਸੁਣਦੇ ਸੁਣਦੇ ਲੋਕ ਚੰਗੇ ਹੋ ਜਾਂਦੇ, ਵਚਨ ਸੁਣਦੇ ਸੁਣਦੇ ਲੋਕਾਂ ਦੀਆਂ ਬਿਮਾਰੀਆਂ ਚਲੇ ਜਾਂਦੀਆਂ, ਵਚਨ ਸੁਣਦੇ ਸੁਣਦੇ ਲੋਕ ਸਰੀਰਕ ਤੋਂ ਆਤਮਕ ਹੋ ਜਾਂਦੇ ਆ। ਬਸ ਉਹੀ ਵਚਨ ਜਿਹੜਾ ਤੁਹਾਡੇ ਲਈ ਭੇਜਿਆ ਗਿਆ ਸੀਗਾ, ਉਹ ਪੰਛੀ ਚੁੱਕ ਕੇ ਲੈ ਗਿਆ। ਤੁਸੀਂ ਧਿਆਨ ਨਹੀਂ ਦਿੱਤਾ, ਤੁਸੀਂ ਕਦਰ ਨਹੀਂ ਕੀਤੀ, ਤੁਸੀਂ ਯਾਦ ਨਹੀਂ ਰੱਖਿਆ, ਉਹ ਚੁੱਕ ਕੇ ਵੀ ਲੈ ਗਿਆ।
ਤੁਹਾਡੀ ਚੰਗਾਈ ਚੁੱਕ ਕੇ ਲੈ ਗਿਆ, ਤੁਹਾਡੀ ਆਸ਼ੀਸ਼ ਚੁੱਕ ਕੇ ਲੈ ਗਿਆ, ਤੁਹਾਡੀ ਛੁਟਕਾਰਾ ਚੁੱਕ ਕੇ ਲੈ ਗਿਆ, ਤੁਹਾਡੀ ਫੈਮਿਲੀ ਦੀ ਡਿਲੀਵਰੈਂਸ ਚੁੱਕ ਕੇ ਲੈ ਗਿਆ, ਨਸ਼ੇ ਦਾ ਛੁਟਕਾਰਾ ਚੁੱਕ ਕੇ ਲੈ ਗਿਆ। ਕਿਉਂ? ਕਿਉਂਕਿ ਵਚਨ ਦਾ ਬੀਜ ਤੁਹਾਡੇ ਵੱਲ ਗਿਰਿਆ ਸੀਗਾ, ਬਸ ਤੁਸੀਂ ਉਹਨੂੰ ਕੈਚ ਨਹੀਂ ਕੀਤਾ, ਤੁਸੀਂ ਆਪਣੀ ਬਰਕਤ ਨੂੰ ਕੈਚ ਨਹੀਂ ਕੀਤਾ। ਹਾਲੇਲੂਇਆ। ਤੁਸੀਂ ਆਪਣੀ ਬਰਕਤ ਨੂੰ ਫੜਿਆ ਨਹੀਂ, ਘੁੱਟ ਕੇ ਫੜਿਆ ਨਹੀਂ। ਉਹ ਵਚਨ ਦਾ ਬੀਜ ਤੁਹਾਡੇ ਵੱਲ ਹੀ ਗਿਰਿਆ ਸੀਗਾ, ਬਸ ਤੁਸੀਂ ਉਹਦੀ ਕਦਰ ਨਹੀਂ ਕੀਤੀ। ਸ਼ੈਤਾਨ ਨੇ ਚੁੱਕਿਆ ਤੇ ਉਹਨੂੰ ਲੈ ਗਿਆ ਦੂਰ ਤੁਹਾਡੀ ਜ਼ਿੰਦਗੀ ਤੋਂ। ਇਸੇ ਲਈ ਅਸੀਂ ਖਾਲੀ ਹਾਂ, ਪਵਿੱਤਰ ਆਤਮਾ ਤੋਂ ਹੱਲੇ ਤੱਕ ਅਸੀਂ ਵਾਂਝੇ ਹਾਂ। ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨ ਦੇ ਵਿੱਚ ਹੱਲੇ ਵੀ ਅਸੀਂ ਅੱਜ ਨਾਦਾਨ ਹਾਂ। ਹਾਲੇਲੂਇਆ। ਅਗਰ ਤੁਹਾਨੂੰ ਪਤਾ ਤੁਹਾਡੀ ਜ਼ਿੰਦਗੀ 'ਚ ਕਮੀਆਂ ਆ, ਪਰ ਤੁਸੀਂ ਉਹਨੂੰ ਛੱਡ ਨਹੀਂ ਪਾ ਰਹੇ ਆ, ਮਤਲਬ ਹੱਲੇ ਤੁਸੀਂ ਮੈਚੋਰ ਨਹੀਂ ਹੋਏ ਆ। ਤੁਹਾਨੂੰ 2 ਸਾਲ ਹੋ ਗਏ, ਤੁਹਾਨੂੰ 5 ਸਾਲ ਹੋ ਗਏ, ਤੁਹਾਨੂੰ 10 ਸਾਲ ਹੋ ਗਏ, ਤੁਹਾਨੂੰ 7 ਸਾਲ ਹੋ ਗਏ ਮਸੀਹ ਦੇ ਵਿੱਚ ਚਰਚ ਆਉਂਦੇ ਆ। ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਕਮੀਆਂ ਨਹੀਂ ਕੱਢ ਪਾ ਰਹੇ ਆ ਜਾਂ ਛੱਡ ਪਾ ਰਹੇ ਆ, ਤੇ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹੀ ਆ ਕਿ ਤੁਸੀਂ ਹੱਲੇ ਤੱਕ ਨਾਦਾਨ ਆ। ਬੱਚੇ ਗਲਤੀਆਂ ਕਰਦੇ, ਸਿਆਣੇ ਨਹੀਂ। ਹਾਲੇਲੂਇਆ। ਚੰਗਾ ਇਨਸਾਨ ਉਹੀ ਆ, ਸਮਝਦਾਰ ਉਹਨੂੰ ਹੀ ਕਿਹਾ ਜਾਂਦਾ ਆ ਜਿਹਨੂੰ ਇੱਕ ਵਾਰ ਠੋਕਰ ਲੱਗੇ ਤਾਂ ਉਹ ਸੰਭਲ ਜਾਵੇ, ਅਗਲੀ ਵਾਰ ਠੋਕਰ ਨਾ ਖਾਵੇ, ਉਹ ਸੰਭਲ ਜਾਵੇ ਫਿਰ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ। ਅੱਗੇ ਲਿਖਿਆ, ਪਕਸ਼ੀ ਆਣ ਕੇ ਉਹਨੂੰ ਚੁੱਗ ਗਏ। ਲਿਖਿਆ, ਫਿਰ ਕੁਝ ਪਥਰੀਲੀ ਜ਼ਮੀਨ ਦੇ ਵਿੱਚ ਘੇਰਿਆ, ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲੀ ਅਤੇ ਡੂੰਗੀ ਮਿੱਟੀ ਨਾ ਮਿਲਣ ਦੇ ਕਰਕੇ ਉਹ ਛੇਤੀ ਉੱਗ ਪਿਆ, ਅਤੇ ਜਾਂ ਸੂਰਜ ਚੜਿਆ ਤਾਂ ਕੁੰਬਲਾ ਗਿਆ, ਅਤੇ ਜੜ ਨਾ ਫੜਨ ਦੇ ਕਾਰਨ ਉਹ ਸੁੱਕ ਗਿਆ। ਅਗਰ ਤੁਸੀਂ ਆਪਣੇ ਹਾਰਟ ਨੂੰ ਸਖਤ ਕੀਤਾ, ਕਹਿੰਦੇ ਅੱਜ ਅਗਰ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲ ਨੂੰ ਕੀ ਨਹੀਂ ਕਰਨਾ? ਕਠੋਰ ਨਹੀਂ ਕਰਨਾ, ਸਖਤ ਨਹੀਂ ਕਰਨਾ। ਵਚਨ ਦੇ ਦੁਆਰਾ ਤੁਹਾਨੂੰ ਲੱਗੇ ਕਿ ਪਾਸਟਰ ਮੇਰੇ ਉੱਪਰ ਵਚਨ ਲਾ ਰਿਹਾ, ਸਾਰੀਆਂ ਗੱਲਾਂ ਮੇਰੇ ਉੱਪਰ ਹੀ ਲਾ ਰਿਹਾ, ਇਹਦਾ ਮਤਲਬ ਤੁਸੀਂ ਦਿਲ ਨੂੰ ਸਖਤ ਕੀਤਾ ਪਿਆ। ਇਹ ਕੰਮ ਨਹੀਂ ਕਰੇਗਾ। ਇਹ ਵਚਨ ਦਾ ਬੀਜ ਤੁਹਾਡੇ ਲਈ ਆ, ਪਰਮੇਸ਼ਰ ਦੇ ਵੱਲੋਂ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਲਈ ਭੇਜਿਆ ਗਿਆ। ਬਟ ਜਿਸ ਦਿਨ ਸ਼ੈਤਾਨ ਨੇ ਤੁਹਾਡੀ ਜ਼ਿੰਦਗੀ 'ਚ ਇਹ ਗੱਲ ਪਾਤੀ ਵਚਨ ਸੁਣਨ ਦੇ ਸਮੇਂ ਕਿ ਪਾਸਟਰ ਇਹ ਤਾਂ ਮੇਰੇ ਉੱਤੇ ਲਗਾ ਰਿਹਾ, ਮੇਰੇ ਉੱਤੇ ਲੱਗਦਾ ਪਿਆ, ਇਹ ਤਾਂ ਸਾਰੀਆਂ ਗੱਲਾਂ ਮੇਰੇ ਉੱਪਰ ਹੀ ਲੱਗਦੀਆਂ ਪਈਆਂ, ਸਮਝ ਲਓ ਕਿ ਤੁਸੀਂ ਆਪਣੇ ਮਨ ਨੂੰ, ਦਿਲ ਨੂੰ ਕਠੋਰ ਕਰ ਲਿਆ, ਪਥਰੀਲੀ ਜ਼ਮੀਨ ਬਣਾ ਲਿਆ। ਉਹ ਵਚਨ ਉੱਗੇਗਾ ਨਹੀਂ। ਤੁਹਾਨੂੰ ਲੱਗੇਗਾ ਕਿ ਹਾਂ ਮੈਂ ਵਚਨ ਨੂੰ ਸੁਣ ਲਿਆ ਆ, ਬਟ ਉਹ ਜੜ ਨਹੀਂ ਫੜ ਪਾਏਗਾ। 2 ਦਿਨ 3 ਦਿਨ 4 ਦਿਨ ਤੱਕ ਬਸ ਫਲਵੰਤ ਨਹੀਂ ਹੋਏਗਾ, ਉਹ ਪੌਦਾ ਵੱਡਾ ਨਹੀਂ ਹੋਏਗਾ। ਕਹਿਣ ਦਾ ਭਾਵ ਆ, ਅਗਰ ਕਣਕ ਦਾ ਬੀਜ ਆ ਤੇ ਉਹ ਛਿੱਟਾ ਨਿਕਲੇਗਾ, ਉਹਦਾ ਥੋੜਾ ਜਿਹਾ ਜ਼ਮੀਨ ਚੋਂ ਬਾਹਰ ਆਏਗਾ, ਬਟ ਫਲੇਗਾ ਨਹੀਂ। ਕਿਉਂਕਿ ਦਰਖਤ ਜਿਹੜਾ ਜ਼ਿਆਦਾ ਜਿੰਨਾ ਉੱਪਰ ਹੋਏਗਾ ਉਨਾ ਜ਼ਮੀਨ ਦੇ ਅੰਦਰ ਹੋਏਗਾ ਨਾ, ਜੜ ਦੇ ਵੱਲੋਂ ਵੀ, ਤੇ ਹਨੇਰੀਆਂ ਤੂਫਾਨ ਜਿੰਨੇ ਮਰਜ਼ੀ ਆਣ ਉਹ ਗਿਰੇਗਾ ਨਹੀਂ। ਗਿਰਦੇ ਕਿਹੜੇ ਪੇੜ ਆ? ਉਹ ਜਿਹੜੇ ਉੱਪਰ ਜ਼ਿਆਦਾ ਹੋ ਜਾਂਦੇ ਆ ਤੇ ਜ਼ਮੀਨ 'ਚ ਘੱਟ ਹੁੰਦੇ ਆ। ਹਾਲੇਲੂਇਆ। ਜਿਨ੍ਹਾਂ ਨੂੰ ਅੱਜ ਵੀ ਲੋਕਾਂ ਨੂੰ ਲੱਗਦਾ ਕਿ ਸਾਨੂੰ ਫੇਮਸ ਸਿਟੀ ਸਾਨੂੰ ਚਾਹੀਦੀ ਹੈ, ਲੋਕ ਸਾਡੇ ਪਿੱਛੇ ਹੋਣ, ਲੋਕ ਸਾਡੀਆਂ ਫੋਟੋਆਂ ਲਗਾਉਣ, ਡੀਪੀਆਂ ਲਗਾਉਣ, ਇਹ ਉਹ। ਅੱਜ ਕੱਲ੍ਹ ਹਰ ਇੱਕ ਦੇ ਇਹ ਕੀੜਾ ਉੱਠ ਗਿਆ ਆ ਫੇਮਸ ਹੋਣ ਦਾ। ਹਾਲੇਲੂਇਆ। ਕਈ ਲੋਕ ਗਲਤ ਪ੍ਰਚਾਰ ਇਸ ਲਈ ਕਰਦੇ ਆ ਕਿ ਉਹਨਾਂ ਦੀ ਵੀਡੀਓ ਵਾਇਰਲ ਹੋ ਜਾਵੇ। ਮਾਫ ਕਰਨਾ, ਪਰ ਗੱਲਾਂ ਸੱਚੀਆਂ ਆ। ਉਹ ਪ੍ਰਚਾਰ ਦਾ ਗਲਤ ਤਰਜਮਾ ਕਰਦੇ ਆ, ਇਸੇ ਲਈ ਕਰਦੇ ਆ। ਕਈ ਲੋਕਾਂ ਦੇ ਮਨ 'ਚ ਸ਼ੈਤਾਨ ਨੇ ਇੱਦਾਂ ਦੀਆਂ ਗੱਲਾਂ ਪਾਤੀਆਂ ਤਾਂ ਜੋ ਉਹ ਹਰ ਇੱਕ ਤੱਕ ਉਹਨਾਂ ਦੀ ਵੀਡੀਓ ਪਹੁੰਚ ਜਾਵੇ, ਹਰ ਇੱਕ ਤੱਕ ਉਹਨਾਂ ਦਾ ਨਾਮ ਪਹੁੰਚ ਜਾਵੇ। ਕਈ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਆ। ਸ਼ੈਤਾਨ ਗੁੰਮਰਾਹ ਕਰਦਾ ਕਿਸੇ ਰੀਤੀ ਦੇ ਨਾਲ ਵੀ ਕਰ ਸਕਦਾ ਹੈ। ਹਾਲੇਲੂਇਆ। ਅੰਤ ਦਾ ਸਮਾਂ ਚੱਲਦਾ ਪਿਆ, ਇਹਦੇ ਵਿੱਚ ਸਭ ਕੁਝ ਜਾਇਜ਼ ਆ, ਹੋ ਸਕਦਾ ਹੈ। ਹਾਲੇਲੂਇਆ। ਬਟ ਤੁਹਾਨੂੰ ਤੇ ਮੈਨੂੰ ਸਮੇਂ ਮਿਲਿਆ, ਇਮਾਨਦਾਰ ਲੋਕਾਂ ਨੂੰ ਸਮੇਂ ਮਿਲਿਆ ਸੰਭਲਣ ਦਾ, ਸਮਝਣ ਦਾ। ਕਹਿੰਦਾ ਕੁਝ ਪਥਰੀਲੀ ਜ਼ਮੀਨ ਦੇ ਵਿੱਚ ਗਿਰ ਗਿਆ, ਜੜ ਨਾ ਫੜਨ ਦੇ ਕਰਕੇ ਜਦੋਂ ਸੂਰਜ ਉੱਗਿਆ, ਉਹ ਜ਼ਮੀਨ ਚੋਂ ਨਿਕਲ ਤਾਂ ਆਇਆ ਆ ਪੌਦਾ ਬਾਹਰ ਨੂੰ, ਪਰ ਜੜ ਨਾ ਫੜਨ ਦੇ ਕਰਕੇ ਉਹ ਕੀ ਹੋ ਗਿਆ? ਖਤਮ ਹੋ ਗਿਆ, ਸੁੱਕ ਗਿਆ ਉਹ। ਹਾਲੇਲੂਇਆ। ਮਤਲਬ ਜਦੋਂ ਚਰਚ ਤੋਂ ਬਾਹਰ ਗਿਆ, ਜਦੋਂ ਪ੍ਰੇਅਰ ਤੋਂ ਬਾਹਰ ਆਇਆ, ਜਦੋਂ ਬਾਈਬਲ ਪੜ੍ਹ ਕੇ ਬਾਹਰ ਆਇਆ, ਸਭ ਭੁੱਲ ਗਿਆ ਕੀ ਪੜ੍ਹਿਆ ਮੈਂ, ਕਿਹੜਾ ਮਸਾ ਲਿਆ। ਚਰਚ ਦੇ ਵਿੱਚ ਬੈਠ ਕੇ ਜਦੋਂ ਅਭਿਸ਼ੇਕ ਮੇਰੇ ਉੱਪਰ ਆਇਆ ਤੇ ਮੈਂ ਖੁਦਾ ਨਾਲ ਕੀ ਪ੍ਰੋਮਿਸ ਕੀਤਾ, ਸਭ ਭੁੱਲ ਗਿਆ। ਜਦੋਂ ਦਾਰੂ ਦੀ ਬੋਤਲ ਅੱਗੇ ਆਈ, ਜਦੋਂ ਵੀ ਵਿਚਾਰ ਕਰਨ ਦੇ ਲਈ ਲੜਕੀ ਅੱਗੇ ਆਈ, ਜਦੋਂ ਮੋਬਾਈਲ ਦੇ ਉੱਪਰ ਮੈਸੇਜ ਆ ਗਿਆ, ਸਭ ਭੁੱਲ ਗਿਆ। ਕੀ ਮੈਂ ਬਾਈਬਲ ਦੇ ਵਿੱਚੋਂ ਪੜ੍ਹਿਆ, ਕੀ ਮੈਂ ਖੁਦਾ ਨਾਲ ਪ੍ਰੋਮਿਸ ਕੀਤਾ। ਜਦੋਂ ਅਭਿਸ਼ੇਕ ਮੇਰੇ ਉੱਪਰ ਆਇਆ, ਜਦੋਂ ਮਸਾ ਮੇਰੇ ਉੱਪਰ ਆਇਆ ਚਰਚ ਦੇ ਵਿੱਚ, ਜਦੋਂ ਪ੍ਰਚਾਰ ਨੂੰ ਮੈਂ ਸੁਣਿਆ ਮੈਨੂੰ ਸਟਰੋਂਗ ਕਰਨ ਦੇ ਲਈ, ਔਰ ਉਦੋਂ ਮੈਂ ਖੁਦਾ ਨਾਲ ਕੀ ਪ੍ਰੋਮਿਸ ਕੀਤਾ। ਜਦੋਂ ਚਰਚ ਤੋਂ ਬਾਹਰ ਆਇਆ, ਪ੍ਰੇਅਰ ਵਾਲੇ ਰੂਮ ਚੋਂ ਬਾਹਰ ਆਇਆ, ਬਾਈਬਲ ਪੜ੍ਹ ਕੇ ਬਾਹਰ ਆਈ ਜਾਂ ਆਇਆ, ਤੇ ਫਿਰ ਮੈਂ ਕੀ ਕੀਤਾ। ਹਾਲੇਲੂਇਆ। ਅਗਰ ਤੁਸੀਂ ਵਚਨ ਦੇ ਉੱਪਰ ਖਰੇ ਨਹੀਂ ਉਤਰੇ, ਇਟ ਮੀਨਸ ਕਿ ਤੁਸੀਂ ਆਪਣੇ ਦਿਲ ਦੀ ਜ਼ਮੀਨ ਨੂੰ ਕਠੋਰ ਕੀਤਾ ਪਿਆ। ਵਚਨ ਅਗਰ ਤੁਹਾਡੀ ਜ਼ਿੰਦਗੀ 'ਚ ਥਾਂ ਨਹੀਂ ਪਾ ਰਹੇ, ਕਹਿੰਦੇ ਅਗਰ ਅੱਜ ਤੁਸੀਂ ਆਪਣੇ ਯਹੋਵਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਤੇ ਆਪਣੇ ਦਿਲ ਨੂੰ ਕਠੋਰ ਨਹੀਂ ਕਰਨਾ। ਚਾਹੇ ਵਚਨ, ਮੈਂ ਕਹਿੰਦਾ ਧੰਨ ਉਹ ਲੋਕ ਆ ਜਿਨ੍ਹਾਂ ਦੇ ਵਚਨ ਲੱਗਦਾ, ਮਤਲਬ ਖੁਦਾ ਡਾਇਰੈਕਟਲੀ ਗੱਲ ਕਰਦਾ ਉਹਨਾਂ ਦੇ ਨਾਲ।
ਮੁਬਾਰਕ ਉਹ ਲੋਕ ਆ ਜਿਨ੍ਹਾਂ ਦੇ ਜਦੋਂ ਵਚਨ ਸੁਣਾਇਆ ਜਾਂਦਾ ਉਹਨਾਂ ਦੇ ਜ਼ਿੰਦਗੀ ਦੇ ਨਾਲ ਮੈਚ ਕਰਦਾ ਹੁੰਦਾ। ਉਹ ਮੁਬਾਰਕ ਲੋਕ ਆ ਕਿ ਖੁਦਾ ਤੁਹਾਡੇ ਨਾਲ ਗੱਲ ਕਰਦਾ ਪਿਆ। ਉਸ ਸਮੇਂ ਦਿਲ ਨੂੰ ਕਠੋਰ ਕਰਨ ਦੀ ਜ਼ਰੂਰਤ ਨਹੀਂ ਆ ਕਿ ਜੋ ਕੁਝ ਵੀ ਤੁਹਾਡੇ ਲਈ ਆਇਆ ਉਹ ਫਿਰ ਫਲੇਗਾ ਨਹੀਂ, 1-2 ਦਿਨ ਤੱਕ ਰਹੇਗਾ ਉਹ, ਕਿਉਂਕਿ ਤੁਸੀਂ ਜ਼ਮੀਨ ਨੂੰ ਪਥਰੀਲੀ ਜ਼ਮੀਨ ਬਣਾ ਲਿਆ। ਹਾਲੇਲੂਇਆ। ਔਰ ਅੱਗੇ ਬਾਈਬਲ ਦੇ ਵਿੱਚ ਲਿਖਿਆ, ਅਤੇ ਕੁਝ ਕੰਡਿਆਲੀਆਂ ਦੇ ਵਿੱਚ ਗਿਰਿਆ ਤੇ ਕੰਡਿਆਲੀਆਂ ਨੇ ਵੱਧ ਕੇ ਉਹਨੂੰ ਦਬਾ ਲਿਆ ਅਤੇ ਉਹ ਨਾ ਫਲਿਆ। ਕੁਝ ਕੰਡਿਆਲੀ ਜ਼ਮੀਨ ਦੇ ਉੱਪਰ ਗਿਰ ਗਿਆ ਜਿੱਥੇ ਸੰਸਾਰ ਦਾ ਜਿਹੜਾ ਰੌਲਾ ਰੱਪਾ, ਸੰਸਾਰਕ ਅਭਿਲਾਸ਼ਾਵਾਂ, ਫਿਲਮੀ ਗਾਣੇ, ਸੈਡ ਸੌਂਗ, ਇਹ ਜਿਹੜੇ ਦਿਲ ਦੀ ਜ਼ਮੀਨ ਦੇ ਉੱਪਰ ਰਹਿਣਗੇ ਨਾ ਤੇ ਇਹ ਫਿਰ ਪਰਮੇਸ਼ਵਰ ਦੀ ਆਰਾਧਨਾ ਨੂੰ ਅੱਗੇ ਨਹੀਂ ਵਧਣ ਦੇਣਗੇ, ਪਰਮੇਸ਼ਵਰ ਦੇ ਆਤਮਿਕ ਭਜਨਾਂ ਨੂੰ ਅੱਗੇ ਨਹੀਂ ਵਧਣ ਦੇਣਗੇ, ਤੁਹਾਡੀ ਜ਼ਿੰਦਗੀ ਦੇ ਵਿੱਚ ਵਾਧਾ ਨਹੀਂ ਹੋਣ ਦੇਗਾ। ਇੱਕ ਤਰੀਕੇ ਦੀ ਇਹ ਤਕੜੀ ਆ, ਤੁਹਾਡੇ ਦਿਲ ਦੇ ਅੰਦਰ ਇੱਕ ਤਕੜੀ ਆ ਜਿਹਦੇ ਵਿੱਚ ਤੁਸੀਂ ਅਗਰ ਸੰਸਾਰ ਦੀਆਂ ਗੱਲਾਂ ਨੂੰ ਰੱਖੋਗੇ ਜ਼ਿਆਦਾ ਤੇ ਪਰਮੇਸ਼ਵਰ ਦੀਆਂ ਗੱਲਾਂ ਫਿਰ ਜ਼ਿਆਦਾ ਨਹੀਂ ਰਹਿ ਸਕਦੀਆਂ। ਅਗਰ 100% ਤੁਹਾਡੇ ਦਿਲ ਦੇ ਵਿੱਚ ਸਪੇਸ ਆ ਤੇ ਉਹਦੇ ਵਿੱਚ ਤੁਸੀਂ ਦੇਖੋ ਕੀ ਜ਼ਿਆਦਾ ਕਰ ਰਹੇ ਆ। ਥੋੜਾ ਜਿਹਾ ਖਮੀਰ ਪੂਰੀ ਤੋੜ ਨੂੰ ਖਮੀਰਾ ਕਰ ਦਿੰਦਾ ਆ। ਅਗਰ ਤੁਸੀਂ ਇੱਕ ਅੱਧੀ ਗੱਲ ਜਾਂ 2-4 ਗੱਲਾਂ ਵੀ ਸੰਸਾਰ ਦੀਆਂ ਰੱਖੀਆਂ ਪਈਆਂ ਆ ਔਰ ਤੁਸੀਂ ਕਹੋ ਕਿ ਮੈਂ ਆਤਮਿਕ ਹੋਣਾ ਚਾਹੁੰਦਾ, ਮੈਂ ਆਤਮਿਕ ਹੋਣਾ ਚਾਹੁੰਦੀ ਹਾਂ, ਮੈਂ ਪਵਿੱਤਰ ਆਤਮਾ ਲੈਣਾ ਚਾਹੁੰਦਾ ਹਾਂ, ਮੈਂ ਪਵਿੱਤਰ ਆਤਮਾ ਲੈਣਾ ਚਾਹੁੰਦੀ ਹਾਂ, ਅਗਰ ਇੱਕ ਅੱਧੀ ਗੱਲ ਵੀ ਸੰਸਾਰ ਦੀ ਤੁਹਾਡੇ ਅੰਦਰ ਪਾਈ ਜਾਂਦੀ ਹੈ ਨਾ, ਉਹ ਇੱਕ ਜੰਗ ਦੀ ਤਰ੍ਹਾਂ, ਇੱਕ ਦੀਮਕ ਦੀ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਕੰਮ ਕਰੇਗੀ। ਹੌਲੀ ਹੌਲੀ ਉਹਦਾ ਵਾਧਾ ਹੁੰਦਾ ਜਾਣਾ, ਤੁਹਾਨੂੰ ਪਤਾ ਨਹੀਂ ਲੱਗਣਾ। ਹਾਲੇਲੂਇਆ। ਉਹ ਕੰਡਿਆਲੀਆਂ ਨੂੰ ਪਹਿਲਾਂ ਕੱਟਣਾ ਪੈਣਾ ਆ, ਫਿਰ ਮਿੱਟੀ ਦੀ ਗੋਡੀ ਕਰਨੀ ਪੈਣੀ ਆ। ਇਹ ਅਧੀਨ ਕਿਹਦੇ ਨਾਲ ਹੋਏਗਾ? ਵੈਸੇ ਨਹੀਂ ਹੋ ਸਕਦਾ। ਆਕੜ ਕੇ ਕੁਝ ਨਹੀਂ ਹੁੰਦਾ। ਆਕੜ ਦੇ ਮੁਰਦਾ ਆ, ਜਿਉਂਦਾ ਬੰਦਾ ਆਕੜਦਾ ਨਹੀਂ ਆ। ਮੇਰੀ ਗੱਲ ਯਾਦ ਰੱਖਣਾ। ਆਕੜਦਾ ਕੌਣ ਆ? ਜਿਹੜੇ ਕਬਰਾਂ ਦੇ ਵਿੱਚ ਜਾਣ ਨੂੰ ਤਿਆਰ ਹੁੰਦੇ ਆ। ਮੁਰਦੇ ਜਿਹੜੇ ਮਰ ਜਾਂਦੇ ਆ, ਉਹ ਫਿਰ ਜਿੱਦਾਂ ਰਹਿ ਗਿਆ, ਜੋ ਜਾਨ ਨਿਕਲਣ ਲੱਗੇ ਸਰੀਰ ਜਿੱਦਾਂ ਰਹਿ ਗਿਆ ਫਿਰ ਉਦਾਂ ਹੀ ਰਹਿ ਜਾਂਦਾ, ਉਹਦਾ ਆਕੜ ਜਾਂਦਾ। ਅਗਰ ਅੱਜ ਵੀ ਕੋਈ ਅਗਰ ਆਕੜ ਕਰਦਾ ਇਟ ਮੀਨਸ ਉਹ ਆਤਮਿਕ ਤੌਰ ਤੇ ਮੁਰਦਾ ਆ, ਮਰਿਆ ਹੋਇਆ ਆਤਮਿਕ ਤੌਰ ਤੇ ਉਹ ਬੰਦਾ। ਜਿਹੜੇ ਨਮਰ ਆ, ਜਿਹੜੇ ਅਧੀਨ ਆ, ਇਟ ਮੀਨਸ ਉਹ ਜਿਉਂਦੇ ਆ ਆਤਮਾ ਦੇ ਵਿੱਚ। ਹਾਲੇਲੂਇਆ, ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਆਸ਼ੀਸ਼ ਦੇਵੇ। ਅੱਗੇ ਲਿਖਿਆ, ਕਹਿੰਦੇ ਕੁਝ ਚੰਗੀ ਜ਼ਮੀਨ ਦੇ ਵਿੱਚ ਗਿਰਿਆ ਅਤੇ ਉਗਦਿਆਂ ਵੱਧਦਿਆਂ ਫਲਿਆ। ਉਗਦਿਆਂ ਵੱਧਦਿਆਂ ਫਲਿਆ। ਤੁਹਾਨੂੰ ਪਤਾ ਬੀਜ ਗਿਰਿਆ, ਉਹਦੀ ਕੇਅਰ ਕੀਤੀ, ਮਾਲਕ ਨੇ ਕੇਅਰ ਕੀਤੀ, ਕਿਸਾਨ ਨੇ ਕੇਅਰ ਕੀਤੀ ਕਿ ਪੰਛੀ ਨਾ ਚੁੱਕ ਕੇ ਲੈ ਜਾਵੇ। ਉਹਨੂੰ ਪਾਣੀ ਦਿੱਤਾ, ਮਿੱਟੀ ਦੀ ਗੋਡੀ ਕੀਤੀ, ਧਿਆਨ ਦਿੱਤਾ, ਅੱਜ ਕਿੰਨਾ ਕੁ ਨਿਕਲ ਆਇਆ ਜ਼ਮੀਨ ਦੇ ਵਿੱਚੋਂ। ਫਿਰ ਉਹਦੀ ਕੇਅਰ ਕੀਤੀ, ਜ਼ਿਆਦਾ ਧੁੱਪ ਤੋਂ ਬਚਾਉਣਾ ਉਹਨੂੰ, ਜ਼ਿਆਦਾ ਪਾਣੀ ਤੋਂ ਬਚਾਉਣਾ ਉਹਨੂੰ, ਹਰ ਇੱਕ ਪਾਸਿਓਂ ਉਹਦੀ ਕੇਅਰ ਕਰਨੀ। ਲਿਖਿਆ ਚੰਗੀ ਜ਼ਮੀਨ ਦੇ ਵਿੱਚ ਜਿਹੜਾ ਗਿਰਿਆ ਉਹ ਫਿਰ ਉਗਦਿਆਂ ਵੱਧਦਿਆਂ ਫਿਰ ਫਲਿਆ, ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਫਿਰ ਉਹਨੇ ਕਿਹਾ ਜੇ ਦੇ ਕੰਨ ਹੋਣ ਉਹ ਸੁਣ ਲਵੇ। ਬੋਲੋ ਆਮੀਨ। ਹਾਲੇਲੂਇਆ। ਚੰਗੀ ਜ਼ਮੀਨ ਨੂੰ ਬਣਾਓ ਆਪਣੇ ਦਿਲ ਦੇ ਵਿੱਚ ਤਾਂ ਜੋ ਵਚਨ ਦਾ ਬੀਜ ਜਦੋਂ ਡਿੱਗੇ ਸੈਂਟਰ ਦੇ ਵਿੱਚ ਡਿੱਗੇ। ਹਾਲੇਲੂਇਆ। ਸੈਂਟਰ ਦੇ ਵਿੱਚ ਡਿੱਗੇ ਕਿ ਸ਼ੈਤਾਨ ਅਗਰ ਸੈਂਟਰ ਤੋਂ ਬੀਜ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕਰੇ ਤਦ ਤੱਕ ਬੀਜ ਬਹੁਤ ਵੱਡਾ ਹੋ ਜਾਵੇ, ਉਹ ਪੇੜ ਦੀ ਮਾਨਿੰਦ ਬਣ ਜਾਵੇ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਸ਼ੈਤਾਨ ਤੁਹਾਡੀ ਆਸ਼ੀਸ਼ ਨੂੰ ਚੁਰਾ ਨਹੀਂ ਸਕਦਾ, ਤੁਸੀਂ ਉਹਨੂੰ ਚੁਰਾਉਣ ਦਿੰਦੇ ਆ ਤਾਂ ਚੁਰਾਉਂਦਾ ਆ। ਮੇਰੀ ਗੱਲ ਯਾਦ ਰੱਖਣਾ, ਦਿਲ 'ਚ ਤੁਹਾਡੇ ਐਂਟਰ ਨਹੀਂ ਕਰ ਸਕਦਾ, ਪਰ ਤੁਸੀਂ ਜਦੋਂ ਉਹਦੀਆਂ ਗੱਲਾਂ ਨੂੰ, ਉਹਦੀਆਂ ਕੰਮਾਂ ਨੂੰ ਆਪਣੇ ਜੀਵਨ 'ਚ ਥਾਂ ਦੋਗੇ, ਖੁਣਸ ਕਰਨਾ, ਈਰਖਾ ਕਰਨਾ, ਜੈਲਸੀ ਕਰਨਾ, ਲੜਾਈ ਕਰਨਾ, ਕਿਸੇ ਦੀ ਗੱਲ ਦਾ ਬੁਰਾ ਮੰਨਣਾ, ਅਧੀਨਗੀ ਨਾ ਲੈ ਕੇ ਆਉਣਾ ਆਪਣੇ ਜੀਵਨ 'ਚ, ਇਹ ਗੱਲਾਂ ਸਾਰੀਆਂ ਸ਼ੈਤਾਨ ਨੂੰ ਇਨਵਾਈਟ ਕਰਦੀਆਂ ਤੁਹਾਡੇ ਦਿਲ ਦੇ ਅੰਦਰ ਆਉਣ ਦੇ ਲਈ। ਅਗਰ ਤੁਸੀਂ ਇਹਨਾਂ ਗੱਲਾਂ ਨੂੰ ਨਾ ਕਰੋ, ਸ਼ੈਤਾਨ ਕਦੀ ਵੀ ਤੁਹਾਡੇ ਅੰਦਰ ਨਹੀਂ ਆ ਸਕਦਾ, ਤੁਹਾਡੇ ਦਿਲ ਦੀ ਜ਼ਮੀਨ ਦੇ ਨਾਲ ਛੇੜਖਾਨੀ ਨਹੀਂ ਕਰ ਸਕਦਾ, ਉਹਨੂੰ ਕਠੋਰ ਨਹੀਂ ਬਣਾ ਸਕਦਾ, ਉਹਨੂੰ ਕੰਡਿਆਲੀ ਵਾਲੀ ਨਹੀਂ ਬਣਾ ਸਕਦਾ, ਉਹਨੂੰ ਪਥਰੀਲੀ ਨਹੀਂ ਬਣਾ ਸਕਦਾ, ਉਹਨੂੰ ਸਖਤ ਨਹੀਂ ਬਣਾ ਸਕਦਾ। ਉਹ ਨਮਰ ਹੀ ਰਹੇਗੀ, ਨਮਰ ਹੀ ਰਹੇਗੀ। ਬੋਲੋ ਆਮੀਨ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਇਹਨਾਂ ਵਚਨਾਂ ਦੇ ਦੁਆਰਾ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦੇ ਵਚਨ ਤੋਂ ਤੁਸੀਂ ਆਸ਼ੀਸ਼ ਨੂੰ ਪ੍ਰਾਪਤ ਕੀਤਾ ਹੈ। ਵਚਨ ਦੀ ਕਦਰ ਕਰੋ ਜੋ ਤੁਹਾਡੇ ਸਾਹਮਣੇ ਆ, ਜੋ ਤੁਹਾਡੇ ਹੱਥਾਂ ਦੇ ਵਿੱਚ ਆ, ਜੋ ਪਾਸਟਰ ਦੇ ਦੁਆਰਾ ਤੁਹਾਡੇ ਸਾਹਮਣੇ ਦਿੱਤਾ ਜਾਂਦਾ ਹੈ। ਪਵਿੱਤਰ ਆਤਮਾ ਦੇ ਦੁਆਰਾ ਤੁਹਾਡੀ ਜ਼ਿੰਦਗੀਆਂ ਤੱਕ ਪਹੁੰਚਦਾ, ਤੁਹਾਡੇ ਕੰਨਾਂ ਤੱਕ ਪਹੁੰਚਦਾ, ਤੁਹਾਡੇ ਕੰਨਾਂ ਦੇ ਦੁਆਰਾ ਤੁਹਾਡੇ ਦਿਲ ਤੱਕ ਪਹੁੰਚਦਾ ਹੈ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਹਾਨੂੰ ਸਮਝ ਆਈ ਆ। ਫਿਰ ਵੀ ਮੈਂ ਤੁਹਾਨੂੰ ਆਖਦਾ ਹਾਂ ਕਿ ਅਗਰ ਤੁਹਾਡਾ ਕੋਈ ਪ੍ਰਾਰਥਨਾ ਨਿਵੇਦਨ ਆ ਤੇ ਤੁਸੀਂ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦੇ ਆ, ਤੁਹਾਡੇ ਲਈ ਪ੍ਰਾਰਥਨਾ ਕੀਤੀ ਜਾਏਗੀ। ਪਰਮੇਸ਼ਵਰ ਤੁਹਾਨੂੰ ਬਹੁਤਾਇਤ ਨਾਲ ਆਸ਼ੀਸ਼ ਔਰ ਬਰਕਤ ਦੇਵੇਗਾ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੁਸੀਂ ਬਖਸ਼ ਦਿੱਤਾ। ਧੰਨਵਾਦ ਕਰਦੇ ਹਾਂ ਖੁਦਾਵੰਦ। ਜਿਨ੍ਹਾਂ ਨੇ ਆਨਲਾਈਨ ਮੀਟਿੰਗ ਨੂੰ ਅਟੈਂਡ ਕੀਤਾ ਮੇਰੇ ਪ੍ਰਭੂ ਜੀ,
ਅੱਜ ਦੇ ਵਚਨ ਨੂੰ ਸਮਝਿਆ ਸੁਣਿਆ ਆ ਮੇਰੇ ਪ੍ਰਭੂ, ਵਚਨ ਦੀ ਵੈਲਿਊ ਨੂੰ ਸਮਝਿਆ ਆ ਖੁਦਾਵੰਦ, ਦਿਲ ਦੀ ਜ਼ਮੀਨ ਨੂੰ ਕਿੱਦਾਂ ਉਹਦੀ ਕੇਅਰ ਕਰਨੀ ਆ, ਉਹਦੀ ਗੋਡੀ ਕਿੱਦਾਂ ਕੱਢਣੀ ਆ ਸਮਝਿਆ ਆ ਮੇਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ। ਪਵਿੱਤਰ ਆਤਮਾ ਸਮਝਾਉਣ ਵਾਲਾ ਆ, ਪਵਿੱਤਰ ਆਤਮਾ ਮਨਾਉਣ ਵਾਲਾ ਆ ਮੇਰੇ ਪ੍ਰਭੂ ਜੀ। ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਆਦਰ ਦਿੰਦੇ ਹਾਂ ਪ੍ਰਭੂ। ਅੱਜ ਦੇ ਵਚਨ ਦਾ ਬੀਜ ਸਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ। ਸ਼ੈਤਾਨ ਇਹਨੂੰ ਚੁਰਾਣੇ ਨਾ ਪਾਏ। ਇਹ ਪਥਰੀਲੀ ਜ਼ਮੀਨ ਤੇ ਨਾ ਗਿਰੇ, ਇਹ ਕੰਡਿਆਲੀ ਜ਼ਮੀਨ ਤੇ ਨਾ ਗਿਰੇ, ਇਹ ਚੰਗੀ ਜ਼ਮੀਨ ਦੇ ਉੱਪਰ ਗਿਰੇ ਤੇ ਯਿਸੂ ਮਸੀਹ ਦੇ ਨਾਮ 'ਚ 30 ਗੁਣਾ ਨਹੀਂ, 60 ਗੁਣਾ ਵੀ ਨਹੀਂ, ਬਲਕਿ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ ਜੀ। 1% ਵੀ ਵਚਨ ਦੀ ਬੇਕਦਰੀ ਨਾ ਹੋਵੇ ਮੇਰੇ ਪ੍ਰਭੂ ਜੀ। 100 ਦਾ 100 ਗੁਣਾ ਖੁਦਾਵੰਦ ਅਸੀਂ ਖਾ ਲਈਏ ਮੇਰੇ ਪ੍ਰਭੂ, ਗ੍ਰਹਿਣ ਕਰ ਲਈਏ ਮੇਰੇ ਪ੍ਰਭੂ। ਧੰਨਵਾਦ ਕਰਦੇ ਜਿੱਦਾਂ ਯਰਮਾਇਆ ਆਖਦਾ ਪ੍ਰਭੂ, ਤੇਰਾ ਵਚਨ ਮੈਨੂੰ ਲੱਭਾ ਤੇ ਮੈਂ ਉਹਨੂੰ ਖਾ ਲਿਆ, ਉਹ ਮੇਰੇ ਦਿਲ ਨੂੰ ਸਕੂਨ ਦਿੰਦਾ ਆ ਮੇਰੇ ਪਰਮੇਸ਼ਵਰ। ਤੁਹਾਡਾ ਧੰਨਵਾਦ ਕਰਦੇ। ਜਿੰਨਿਆਂ ਨੇ ਅੱਜ ਦੇ ਵਚਨ ਨੂੰ ਸੁਣਿਆ ਉਹਨਾਂ ਦੀ ਜ਼ਿੰਦਗੀਆਂ ਫਲਵੰਤ ਹੋ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬਿਮਾਰ ਨੇ ਅਗਰ ਸੁਣਿਆ ਉਹ ਚੰਗੇ ਹੋ ਜਾਣ ਯਿਸੂ ਮਸੀਹ ਦੇ ਨਾਮ 'ਚ। ਦੁਖੀ ਬੰਦੇ ਨੇ ਸੁਣਿਆ ਉਹਦੇ ਦੁੱਖਾਂ ਦਾ ਅੱਜ ਆਖਰੀ ਦਿਨ ਹੋਵੇ ਯਿਸੂ ਮਸੀਹ ਦੇ ਨਾਮ 'ਚ ਮੇਰੇ ਪ੍ਰਭੂ। ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ। ਚੰਗਾ ਕਰਨ ਵਾਲਾ ਦੂਤ ਉਹਨਾਂ ਪਰਿਵਾਰਾਂ ਦੇ ਅੰਦਰ ਆਵੇ, ਉਹਨਾਂ ਪਰਿਵਾਰਾਂ ਦੇ ਵਿੱਚ ਆਵੇ ਮੇਰੇ ਪ੍ਰਭੂ। ਛੂ ਕੇ ਬਲੇਸਿੰਗਸ ਦੋ। ਕੇਸ ਕੋਰਟ ਦੇ ਜਿਹੜੇ ਕੇਸ ਆ ਉਹਨਾਂ ਤੋਂ ਛੁਟਕਾਰਾ ਕਰੋ ਯਿਸੂ ਮਸੀਹ ਦੇ ਨਾਮ 'ਚ ਮੇਰੇ ਪ੍ਰਭੂ। ਆਪਣੇ ਲੋਕਾਂ ਨੂੰ ਅੱਛੀ ਸਮਝ ਦਿਓ, ਅੱਛਾ ਗਿਆਨ ਦਿਓ ਮੇਰੇ ਪ੍ਰਭੂ, ਅਧੀਨਗੀ ਦਿਓ ਖੁਦਾਵੰਦ, ਔਰ ਆਪਣੇ ਨਾਮ ਦੀ ਮਹਿਮਾ ਲਵੋ। ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦੀ ਮੀਟਿੰਗ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਚਲਾਇਆ, ਬੜਾ ਹੀ ਆਦਰ ਤੁਹਾਡੇ ਨਾਮ ਦਾ ਕਰਦੇ ਹਾਂ। ਤੁਹਾਡੇ ਪਵਿੱਤਰ ਆਤਮਾ ਦੀ ਕਦਰ ਕਰਦੇ ਹਾਂ ਮੇਰੇ ਪ੍ਰਭੂ। ਅੱਜ ਦੇ ਵਚਨ ਦੇ ਬੀਜ ਦੀ ਕਦਰ ਕਰਦੇ ਹਾਂ ਪ੍ਰਭੂ, ਜੋ ਸਾਡੇ ਲਈ ਤੁਸੀਂ ਭੇਜਿਆ, ਸਵਰਗ ਤੋਂ ਮੰਨਾ ਭੇਜਿਆ ਮੇਰੇ ਪ੍ਰਭੂ। ਧੰਨਵਾਦ ਕਰਦੇ, ਗ੍ਰਹਿਣ ਕਰਦੇ ਹਾਂ ਮੇਰੇ ਪ੍ਰਭੂ। ਸ਼ੁਕਰਗੁਜ਼ਾਰੀ ਦੇ ਨਾਲ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਗॉड ਬlesਸ। ਖੁਦਾਵੰਦ ਤੁਹਾਨੂੰ ਬਹੁਤ ਆਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ।